ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰਉ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਪਰਹਿ ਵਖੇਪ ਧਿਆਨ ਕੇ ਮਾਹੀ, ਬਿਰਤ ਅਡੋਲ ਟਿਕਹਿ ਤਬ ਨਾਹੀ। ਅਪਰ ਵਸਤ ਤਹਿ ਪਾਏ ਨ ਕੋਈ, ਪਾਵੇ ਤਰੇ ਧਰੇ ਹਿਤ ਜੋਈ। ਪਰਹਿ ਵਸੇ ਵਖੇਪ ਧਿਆਨ ਕੇ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਸਾਹਿਬ ਗੁਰੂ ਨਾਨਕ ਜੀ ਦੇ ਪਵਿੱਤਰ ਨਿਰਮਲ ਪੰਥ ਦੇ ਵਿੱਚ ਹਜ਼ੂਰ ਜੀ ਨੇ ਭਾਰੀ ਵਾਧਾ ਕੀਤਾ ਹੈ। ਅਸ਼ਚਰਜ ਕੌਤਕ ਵਰਤਾ ਕੇ ਮੇਰੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ। ਗੁਰੂ ਚਰਨਾਂ ਦੇ ਵਿੱਚ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੋ ਪਾਵਨ ਪਵਿੱਤਰ ਇਹ ਖਾਲਸਾ ਪੰਥ, ਨਿਰਮਲ ਪੰਥ ਗੁਰੂ ਪਾਤਸ਼ਾਹ ਜੀ ਨੇ ਪ੍ਰਚਲਿਤ ਕੀਤਾ ਹੈ, ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਦਰਸਾਇਆ ਹੈ। ਇਹਦੇ ਕੀ ਨਿਯਮ ਹਨ? ਸਿੱਖ ਧਰਮ ਦੇ ਨਿਯਮ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਸੋ ਸੁਣਾਏ ਹਨ। ਬਾਬਾ ਬੁੱਢਾ ਸਾਹਿਬ ਜੀ ਦੇ ਬੇਨਤੀ ਕਰਨ ਤੋਂ ਪੰਗਤਾਂ ਲੰਗਰ ਵਿੱਚ ਲੱਗੀਆਂ ਨੇ। ਗੁਰੂ ਸਾਹਿਬ ਜੀ ਦੇ ਪਾਸ ਅਲੂਣਾ ਦਲੀਆ ਮਹਾਰਾਜ ਛਕਦੇ ਆ, ਬਾਕੀ ਸੰਗਤਾਂ ਨਾਨਾ ਭਾਂਤ ਦੇ ਭੋਜਨ ਛਕਦੇ ਹਨ। ਬਾਬਾ ਬੁੱਢਾ ਸਾਹਿਬ ਨੇ ਅਰਜ਼ ਕੀਤੀ ਹੈ, ਮਹਾਰਾਜ ਭਈ ਸਤਿਗੁਰੂ ਜੀ ਤੁਸੀਂ ਅਲੂਣਾ ਦਲੀਆ ਛਕੋ, ਅਸੀਂ ਸਾਰੀਆਂ ਸੰਗਤਾਂ 36 ਪ੍ਰਕਾਰ ਦੇ ਸਵਾਦਿਸ਼ਟ ਭੋਜਨ ਛਕੀਏ। ਤੇ ਮਹਾਰਾਜ ਇਹ ਸਾਨੂੰ ਠੀਕ ਨਹੀਂ ਲੱਗਦਾ। ਤੋ ਕਈ ਵਾਰ ਮਨ 'ਚ ਵਿਚਾਰ ਆਈ ਹੈ, ਪਰ ਅੱਜ ਮੌਕਾ ਜਾਣ ਕੇ ਬੇਨਤੀ ਕਰਦੇ ਹਾਂ ਕਿ ਮਹਾਰਾਜ ਇਹ ਸਾਡਾ ਫੁਰਨਾ ਹੈ
ਕਿ ਜੋ ਸਤਿਗੁਰੂ ਛਕੇ ਉਹੀ ਸੰਗਤ ਛਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਬਾਬਾ ਜੀ ਹੱਥ ਧੁਆਓ। ਜਦੋਂ ਹਜ਼ੂਰ ਪਾਤਸ਼ਾਹ ਜੀ ਨੇ ਆਪਣੇ ਚੁਲਾ ਕੀਤਾ ਹੈ, ਚੁਲਾ ਕਰਕੇ ਸਾਰੇ ਭੋਜਨ ਦੇ ਅੰਸ਼ ਜਿਹੜੇ ਸੰਗਤਾਂ ਨੇ ਛਕੇ ਨੇ, ਹਜ਼ੂਰ ਨੇ ਕੁਰਲਾ ਕਰਕੇ ਥਾਲੀ ਵਿੱਚ ਸਾਰੇ ਦਿਖਾ ਦਿੱਤੇ ਹਨ। ਫਿਰ ਹਜ਼ੂਰ ਨੇ ਆਪਣੇ ਦਾੜਾਂ ਵਿੱਚ ਉਹ ਭੋਜਨ ਦੀ ਅੰਸ਼ ਵਿਖਾ ਦਿੱਤੀ ਹੈ, ਅਤੇ ਬਾਬਾ ਬੁੱਢਾ ਸਾਹਿਬ ਨੂੰ ਧੰਨ ਕਿਹਾ ਕਿ ਤੁਹਾਡੇ ਮਨ ਵਿੱਚ ਐਸੀ ਭਾਵਨਾ ਪਿਆਰ ਹੈ। ਪਰ ਹਜ਼ੂਰ ਕਹਿੰਦੇ ਅਸੀਂ ਗੁਰਸਿੱਖਾਂ ਦੇ ਹਿਰਦੇ ਵਿੱਚ ਵਸਦੇ ਹਾਂ, ਜੋ ਵੀ ਭਾਵਨਾ ਸਹਿਤ ਸਾਨੂੰ ਭੋਗ ਲਵਾਉਂਦੇ ਨੇ, ਅਰਪਣ ਕਰਦੇ ਨੇ, ਸਾਨੂੰ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਹਜ਼ੂਰ ਨੇ ਨਿਸ਼ਚਾ ਦਿੱਤਾ। ਫਿਰ ਬਾਬਾ ਜੀ ਨੇ ਬੇਨਤੀ ਕੀਤੀ, ਮਹਾਰਾਜ ਵੀ ਜੋ ਗੁਰਸਿੱਖੀ ਦੀ ਰਹਿਤ ਦੱਸੋ। ਤਾਂ ਹਜ਼ੂਰ ਜੀ ਨੇ ਉਹ ਅਸੂਲ ਵਰਣਨ ਕੀਤੇ ਕਿ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕਰਕੇ ਸ਼ੌਚਾਚਾਰ ਜਾ ਕਰਕੇ ਕਿਰਿਆ ਸਾਧ ਕੇ ਦਾਤਨ ਕੁਰਲਾ ਕਰੇ, ਇਸ਼ਨਾਨ ਕਰੇ, ਇਸ਼ਨਾਨ ਕਰਕੇ ਸੋ ਆਪਣੇ ਸਿਮਰਨ ਭਜਨ ਵਿੱਚ ਬੈਠੇ, ਬਾਣੀ ਪੜ੍ਹੇ, ਨਿਤਨੇਮ ਕਰੇ, ਸੱਚ ਬੋਲੇ, ਗੁਰਮੁਖ ਨਾਮਦਾਨ ਇਸ਼ਨਾਨ ਦ੍ਰਿੜ ਕਰੇ। ਐਸੇ ਪਵਿੱਤਰ ਉਪਦੇਸ਼ ਮੇਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਭਾਰੀ ਸੰਗਤਾਂ ਦੇ ਇਕੱਠ ਵਿੱਚ ਵਰਣਨ ਕੀਤੇ ਨੇ। ਤੋ ਮੇਰੇ ਸਤਿਗੁਰੂ ਪਾਤਸ਼ਾਹ ਅੰਤਰਜਾਮੀ ਜੀ ਨੇ ਇਸ ਤਰੀਕੇ ਦੇ ਨਾਲ ਬਖਸ਼ਿਸ਼ ਕੀਤੀ ਹੈ। ਹੁਣ ਮੇਰੇ ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਉੱਠ ਕੇ ਨਿਤ ਪ੍ਰਤੀ ਸੋ ਸਵਾ ਪਹਿਰ ਦੇ ਤੜਕੇ ਉੱਠ ਕਰਕੇ ਤੋ ਆਪਣਾ ਇਸ਼ਨਾਨ ਪਾਨ ਪਵਿੱਤਰਤਾ ਕਰਕੇ ਹਜ਼ੂਰ ਸਿਮਰਨ ਵਿੱਚ ਬੈਠ ਜਾਂਦੇ ਹਨ। ਸਤਿਗੁਰਾਂ ਦੀ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਗੁਰੂ ਚਰਨਾਂ ਵਿੱਚ ਅੰਮ੍ਰਿਤ ਵੇਲੇ ਹੀ ਸਰੀਰ ਦੀ ਪਵਿੱਤਰਤਾ ਕਰਕੇ ਸੇਵਾ 'ਚ ਜਾ ਕੇ ਹਾਜ਼ਰ ਹੋ ਜਾਂਦੇ ਹੈ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਇਸ਼ਨਾਨ ਪਾਨ ਕਰਕੇ ਆਪਣੇ ਨਿਜ ਆਨੰਦ ਵਿੱਚ ਚੌਂਕੀ ਦੇ ਉੱਤੇ ਬੈਠ ਕਰਕੇ ਸਿਮਰਨ ਵਿੱਚ ਮਹਾਰਾਜ ਜੁੜੇ ਹਨ, ਅਤੇ ਬੀਬੀ ਜੀ ਨੇ ਦੇਖਿਆ ਹੈ ਕਿ ਉਸ ਚੌਂਕੀ ਦਾ ਇੱਕ ਪਾਵਾ ਜਿਹੜਾ ਹੈ ਉਹ ਠੀਕ ਨਹੀਂ ਹੈਗਾ। ਅਤੇ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਜੇ ਅਗਰ ਇਸ ਪਾਸੇ ਥੋੜ੍ਹਾ ਜਿਹਾ ਵੀ ਭਾਰ ਆਇਆ ਤਾਂ ਇਹ ਚੌਂਕੀ ਹਿੱਲ ਜਾਏਗੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਸਮਾਧੀ ਖੁੱਲ੍ਹ ਜਾਏਗੀ। ਤੋ ਇਉਂ ਵਿਚਾਰਾਂ ਕਰਦੇ ਹਨ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ। ਸੋ ਆਪਣੇ ਨਿਜਾਨੰਦ ਵਿੱਚ, ਆਤਮ ਚਿੰਤਨ ਮੰਗਲ ਵਿੱਚ ਆਪੇ ਜਪੋ ਆਪਣਾ ਜਾਪ, ਆਪੇ ਹੀ ਨਿਰਗੁਣ ਸਰਗੁਣ ਰੂਪ ਹਨ, ਆਪ ਹੀ ਆਪਣੇ ਧਿਆਨ ਵਿੱਚ ਮਗਨ ਹੋ ਕੇ ਬੈਠਦੇ ਹਨ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਬਖਸ਼ਿਸ਼ਾਂ ਕਰ ਰਹੇ ਨੇ। ਪਰ ਸੰਗ ਦੀ ਲੜੀ ਨੂੰ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਪਰ ਹੈ ਵਖੇਪ ਧਿਆਨ ਕੇ ਮਾਹੀ। ਇਸ ਲਈ ਸੋ ਬੀਬੀ ਭਾਨੀ ਜੀ ਨੇ ਸੋਚਿਆ ਵੀ ਇਹ ਇੱਕ ਚੌਂਕੀ ਦਾ ਪਾਵਾ ਜਿਹੜਾ ਨਾ ਇਸ ਪ੍ਰਕਾਰ ਸੋ ਠੀਕ ਨਹੀਂ ਹੈਗਾ। ਜਰਾ ਕੁ ਵੀ ਇਸ ਪ੍ਰਕਾਰ ਗੁਰੂ ਸਾਹਿਬ ਦਾ ਸਰੀਰ ਹਿੱਲ ਗਿਆ, ਇਸ ਪਾਸੇ ਭਾਰਿਆ ਅਤੇ ਚੌਂਕੀ ਹਿੱਲ ਜਾਣੀ ਹੈ, ਅਤੇ ਸਤਿਗੁਰੂ ਪਾਤਸ਼ਾਹ ਦਾ ਸਰੀਰ ਡਾਵਾਂਡੋਲ ਹੋ ਜਾਏਗਾ, ਸਮਾਧੀ ਖੁੱਲ੍ਹ ਜਾਏਗੀ, ਬਖੇਪ ਵਿਘਨ ਪਵੇਗਾ ਸਮਾਧੀ ਵਿੱਚ। ਬਿਰਤ ਅਡੋਲ ਟਿਕੇ ਤਬ ਨਾਹੀ। ਜੇ ਚੌਂਕੀ ਹਿੱਲ ਗਈ ਤਾਂ ਫਿਰ ਸਤਿਗੁਰੂ ਜੀ ਅਡੋਲ ਬਿਰਤੀ ਟਿਕ ਨਹੀਂ ਸਕੇਗੀ। ਅਪਰ ਵਸਤ ਤਹ ਪਾਏ ਨਾ ਕੋਈ। ਉੱਥੇ ਚਾਰ ਚੁਫੇਰੇ ਨਿਗਾਹ ਕਰਕੇ ਦੇਖਿਆ ਵੀ ਕੋਈ ਹੋਰ ਐਸੀ ਵਸਤੂ ਹੋਵੇ ਜਿਹੜੀ ਉਸ ਪਾਵੇ ਦੇ ਨਾਲ ਸਹਾਰਾ ਦਿੱਤਾ ਜਾ ਸਕੇ। ਪਾਵੇ ਤਰੇ ਧਰੇ ਹਿਤ ਜੋਈ। ਜਿਸ ਚੀਜ਼ ਨੂੰ ਪਾਵੇ ਥੱਲੇ ਰੱਖ ਦੇਣ ਤੇ ਉਸ ਨੂੰ ਸਹਾਰਾ ਮਿਲ ਜੇ, ਚੌਂਕੀ ਬਰਾਬਰ ਰਹਿ ਸਕੇ। ਸੋ ਐਸੀ ਕੋਈ ਵੀ ਵਸਤੂ ਨਾ ਮਿਲੀ। ਜਦੋਂ ਚੌਦਸ ਦ੍ਰਿਗਨ ਚਲਾਏ ਨਿਹਾਰਾ। ਚਾਰ ਚੁਫੇਰੇ ਦ੍ਰਿਸ਼ਟੀ ਪਾ ਕਰਕੇ ਵੇਖਿਆ ਹੈ, ਨਹਿ ਸਮੀਪ ਜੋ ਦੇਹ ਆਧਾਰਾ। ਕੋਈ ਵੀ ਐਸੀ ਵਸਤੂ ਨਹੀਂ ਜਿਸ ਦਾ ਆਸਰਾ ਚੌਂਕੀ ਨੂੰ ਦੇ ਸਕਣ। ਬੁਦਲਾਵਤ ਨੇ ਦੀਨਸ ਹਾਥ। ਤੋ ਕਾਹਲੀ ਦੇ ਨਾਲ ਆਪਣਾ ਹੱਥ ਜਿਹੜਾ ਹੈ ਪੀੜੀ ਦੇ ਪਾਵੇ ਦੇ ਥਾਂ ਦੇ ਉਹਦੇ ਥੱਲੇ ਜਿਹੜਾ ਦੇ ਦਿੱਤਾ ਹੈ। ਨਹਿ ਡੋਲੇ ਚੌਂਕੀ ਤੇ ਸਾਥ। ਤੋ ਦੇਖਿਆ ਭਈ ਹੱਥ ਦਾ ਆਸਰਾ ਦਿੱਤਾ ਵੀ ਮਹਾਰਾਜ ਸਾਹਿਬ ਜੀ ਦੀ ਚੌਂਕੀ ਡੋਲ ਨਾ ਜਾਵੇ, ਹਜ਼ੂਰ ਦੇ ਸਿਮਰਨ ਵਿੱਚ ਕੋਈ ਵਿਘਨ ਨਾ ਪੈ ਜਾਵੇ। ਚਾਹੋ ਪਾਵੇ ਪਰ ਇੱਕ ਸਮ ਭਾਰੂ। ਇਸ ਵਾਸਤੇ ਚਾਰ ਪਾਵਿਆਂ ਤੇ ਬਰਾਬਰ ਭਾਰ ਹੋ ਗਿਆ। ਜਦੋਂ ਹੱਥ ਪਾਵੇ ਥੱਲੇ ਦੇ ਦਿੱਤਾ ਹੈ ਤਾਂ ਹੋਤ ਭਇਓ ਸਭ ਲੀਨ ਸਰਾਹ ਸਹਾਰੂ। ਤੋ ਚੌਵਾਂ ਪਾਵਿਆਂ ਨੇ ਇਸ ਤਰ੍ਹਾਂ ਫਿਰ ਪਾਵ ਜਿਹੜਾ ਭਾਰ ਸਹਾਰ ਲਿਆ ਹੈ ਜੀ। ਤਨ ਇਸਤਰੀ ਕਰ ਕੋਮਲ ਕਰ ਹੈ। ਪਰ ਹੱਥ ਕੋਮਲ ਹੈ, ਔਰਤ ਦਾ ਸਰੀਰ ਹੈ। ਭਇਓ ਭਾਰ ਤੇ ਪੀੜਤ ਤਰ ਹੈ। ਤੋ ਬੜਾ ਭਾਰੀ ਥੱਲੇ ਪਾਵੇ ਦਿੱਤਾ ਹੋਇਆ, ਬੜੀ ਪੀੜਾ ਹੋਈ ਆ, ਦੁੱਖ ਲੱਗਿਆ ਹੈ ਪਾਵੇ ਦਾ ਭਾਰ ਜਦੋਂ ਆਇਆ ਹੱਥ ਦੇ ਉੱਤੇ। ਤਉ ਨਾ ਕਰਿਓ ਡੁਲਾਵਨ ਕਰ ਕੋ। ਫਿਰ ਵੀ ਆਪਣੇ ਹੱਥ ਨੂੰ ਹਿਲਾਇਆ ਨਹੀਂ,
ਵੀ ਮਹਾਰਾਜ ਦਾ ਸਰੀਰ ਨਾ ਹਿੱਲੇ, ਗੁਰੂ ਸਾਹਿਬ ਦੇ ਸਿਮਰਨ ਵਿੱਚ ਫਰਕ ਨਾ ਆ ਜਾਵੇ। ਬੈਠੀ ਰਹੀ ਧੀਰ ਧਰ ਉਰ ਕੋ, ਬੜਾ ਭਾਰੀ ਧੀਰਜ ਧਾਰ ਕਰਕੇ ਤੇ ਉੱਥੇ ਹੱਥ ਪਾਵੇ ਥੱਲੇ ਦਿੱਤਾ ਤੇ ਆਪ ਵੀ ਸਿਮਰਨ ਵਿੱਚ ਬੈਠ ਗਏ ਹਨ। ਪਾਵਾ ਰਹਿਓ ਹਥੇਰੀ ਗੱਡ ਕੈ, ਤੋ ਪਾਵਾ ਜਿਹੜਾ ਸੀ ਟੁੱਟਾ ਹੋਇਆ ਹੱਥ ਹਲੀ ਦੇ ਵਿੱਚ ਗੱਡ ਗਿਆ ਹੈ। ਨਹੀਂ ਨਿਕਸਾਤ ਤੇਹ ਥਲ ਛੱਡ ਕੈ, ਤੋ ਇਸ ਪ੍ਰਕਾਰ ਸੋ ਉਸ ਸਥਾਨ ਨੂੰ ਛੱਡ ਕਰਕੇ ਹੁਣ ਪਾਵਾ ਹੱਥ ਵਿੱਚੋਂ ਨਿਕਲਦਾ ਨਹੀਂ, ਹੱਥ ਵਿੱਚ ਖੁੱਬਾ ਹੋਇਆ ਹੈ। ਪੁਰਖਨ ਕੋ ਦੁਸ ਕਰ ਬਹੁ ਜੋਈ, ਜਿਹੜਾ ਇਹ ਕੰਮ ਸੋ ਬੰਦਿਆਂ ਨੂੰ ਆਦਮੀਆਂ ਨੂੰ ਕਰਨਾ ਬੜਾ ਕਠਿਨ ਸੀ। ਭਗਤ ਪਿਤਾ ਕੀ ਹਿੱਤ ਕੀਏ ਸੋਈ, ਤੋ ਬੀਬੀ ਜੀ ਨੇ ਪਿਤਾ ਜੀ ਦੀ ਭਗਤੀ ਨੂੰ ਅਡੋਲ ਰੱਖਣ ਵਾਸਤੇ ਇਹ ਕਾਰਜ ਜਿਹੜਾ ਹੈ ਸੋ ਬੜਾ ਮੁਸ਼ਕਲ ਕੰਮ ਕੀਤਾ ਹੈ। ਪ੍ਰਾਤ ਹੋਤ ਲਗ ਨਾਹਿ ਨਿਹਾਲੀ, ਤੇ ਜਿੰਨਾ ਸਮਾਂ ਮੇਰੇ ਸਤਿਗੁਰੂ ਜੀ ਬੈਠੇ ਰਹੇ ਨੇ ਉਤਨਾ ਸਮਾਂ ਬੀਬੀ ਜੀ ਨੇ ਹੱਥ ਹਿਲਾਇਆ ਨਹੀਂ ਹੈ। ਤੋ ਮਹਾਰਾਜ ਦਿਨ ਚੜ੍ਹਦੇ ਤੱਕ ਸਮਾਧੀ 'ਚ ਬੈਠਦੇ ਸਨ। ਮਨਹੁ ਮੂਰਤੀ ਚਿੱਤਰ ਨਿਕਾਲੀ, ਤੇ ਮਾਨੋ ਇਸ ਤਰ੍ਹਾਂ ਬੈਠੇ ਨੇ ਜਿਸ ਤਰ੍ਹਾਂ ਕਿਸੇ ਨੇ ਤਸਵੀਰ ਉਲੀਕੀ ਹੋਵੇ, ਐਸੇ ਰੂਪ ਵਿੱਚ ਬੈਠੇ ਹਨ। ਪੁਜਾ ਸੁਨ ਕੰਦੇ ਲਗ ਭਈ, ਮੋਢੇ ਤੱਕ ਸਾਰਾ ਹੀ ਬਲੱਡ ਦਾ ਸਰਕਲ ਜਿਹੜਾ ਹੈ ਉਹ ਸੁੰਨ ਹੋ ਗਿਆ ਹੈ, ਸਾਰੀ ਬਾਂਹ ਸੁੱਜ ਗਈ ਹੈ, ਖੂਨ ਦਾ ਸਰਕਲ ਬੰਦ ਹੋ ਗਿਆ ਮੋਢੇ ਤੱਕ। ਉਤਰਿਓ ਰੁਦਰ ਲਾਲ ਹੋਏ ਗਈ, ਤੋ ਸਾਰੀ ਬਾਜੂ ਜਿਹੜੀ ਲਾਲ ਹੋ ਗਈ, ਖੂਨ ਉਤਰ ਆਇਆ ਵਿੱਚ, ਇਸ ਪ੍ਰਕਾਰ ਭਰ ਗਿਆ ਹੈ। ਧਿਆਨ ਹਟਾਵਨ ਸਮੋ ਭਇਓ ਜਬ, ਜਦੋਂ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਸਮਾਧੀ ਵਿੱਚੋਂ ਧਿਆਨ ਸੋ ਮਹਾਰਾਜ ਸਮਾਧੀ ਖੋਲ੍ਹਣ ਦਾ ਸਮਾਂ ਹੋਇਆ ਹੈ ਤਾਂ ਕਮਲ ਬਿਲੋਚਨ ਬਿਗਸਤ ਭੇ ਤਬ, ਮੇਰੇ ਹਜੂਰ ਜੀ ਦੇ ਨੇਤਰ ਕਮਲ ਖੜੇ ਹਨ, ਸਮਾਧੀ ਖੋਲੀ ਹੈ। ਬੈਠੀ ਸੁਤਾ ਸਮੀਪ ਨਿਹਾਰੀ, ਜਦੋਂ ਆਪਣੀ ਸੁਪੁੱਤਰੀ ਨੂੰ ਪਾਸ ਬੈਠਿਆਂ ਵੇਖਿਆ ਹੈ ਤਾਂ ਬਹੁਰੋ ਦ੍ਰਿਸ਼ਟ ਭੁਜਾ ਪਰ ਡਾਰੀ, ਫਿਰ ਮੇਰੇ ਸਤਿਗੁਰੂ ਨੇ ਬਾਜੂ ਵੱਲ ਤੱਕਿਆ ਹੈ। ਥੂਲ ਨਸਾ ਸਰੋਨਤ ਭਰ ਰਹਿਓ, ਤੋ ਜਣੀਆਂ ਨਾੜੀਆਂ ਦੇ ਵਿੱਚ ਖੂਨ ਭਰਿਆ ਤੇ ਮੋਟੀ ਹੋ ਗਈ, ਸੋਜ ਪਈ ਹੋਈ ਹੈ। ਸ੍ਰੀ ਸਤਿਗੁਰ ਬੂਝਨ ਹਿਤ ਕਹਿਓ, ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਪੁੱਛਣ ਵਾਸਤੇ, ਇਹੋ ਕਿਆ ਕੀਨ ਰਹੀ ਕਿਉਂ ਪੈਸੀ, ਤੂੰ ਇੱਥੇ ਕਿਉਂ ਬੈਠੀ ਹੋਈਆਂ, ਕੀ ਕੀਤਾ ਹੈ ਤੂੰ ਇਹ? ਭੁਜ ਪਰ ਪੀੜਨ ਦੇਖਤ ਐਸੀ, ਇਸ ਪ੍ਰਕਾਰ ਤੇਰੇ ਇਸ ਬਾਜੂ ਦੇ ਉੱਤੇ ਐਡਾ ਭਾਰੀ ਦੁੱਖ ਆਇਆ ਹੋਇਆ ਹੈ। ਸੁਨ ਬੋਲੀ ਵੱਡ ਭਾਗਾ ਭਾਨੀ, ਬੀਬੀ ਭਾਨੀ ਜੀ ਵੱਡੇ ਭਾਗਾਂ ਵਾਲੇ ਬੋਲੇ ਹਨ ਸਤਿਗੁਰਾਂ ਦੇ ਨਾਲ। ਪਿਤਾ ਜੀ ਪਾਵੇ ਹੀਨ ਪਛਾਨੀ, ਗਰੀਬ ਨਵਾਜ ਸੋ ਇਹ ਚੌਂਕੀ ਜਿਹੜੀ ਮੈਂ ਦੇਖਿਆ ਹੈ ਕਿ ਇੱਕ ਪਾਸਾ ਇੱਕ ਪਾਵਾ ਜਿਹੜਾ ਨਾ ਉਹ ਹੀਨ ਹੋ ਰਿਹਾ ਸੀ। ਨਿਕਟ ਬਿਲੋਕਨ ਕਛੂ ਨਾ ਕੀਨ, ਨੇੜੇ ਮਹਾਰਾਜ ਹੋਰ ਕੋਈ ਵਸਤੂ ਮੈਨੂੰ ਦਿਸੀ ਨਹੀਂ ਜੋ ਮੈਂ ਇਸ ਦੇ ਥੱਲੇ ਦੇ ਦਿੰਦੀ। ਜਾਂ ਤੇ ਹਾਥ ਤਰੇ ਮੈਂ ਦੀਨ, ਇਸ ਵਾਸਤੇ ਮਹਾਰਾਜ ਇਸ ਪਾਵੇ ਥੱਲੇ ਮੈਂ ਆਪਣਾ ਹੱਥ ਹੀ ਦੇ ਦਿੱਤਾ ਹੈ। ਡੋਲੇ ਤੇ ਸਮਾਧ ਛੁੱਟ ਜਾਏ, ਇਹ ਮਹਾਰਾਜ ਜੇ ਚੌਂਕੀ ਡੋਲ ਜਾਂਦੀ ਤੁਹਾਡੀ ਸਮਾਧੀ ਹਿੱਲ ਜਾਣੀ ਸੀ। ਰਾਖੀ ਜਾਂ ਤੇ ਸਥਿਤ ਟਿਕਾਏ, ਇਸ ਵਾਸਤੇ ਮਹਾਰਾਜ ਮੈਂ ਚੌਂਕੀ ਨੂੰ ਟਿਕਾਉਣ ਵਾਸਤੇ ਹੱਥ ਦੀ ਤਲੀ ਥੱਲੇ ਦਿੱਤੀ ਹੈ। ਤਬ ਸ੍ਰੀ ਸਤਿਗੁਰ ਤਰੇ ਉਤਰ ਕੈ, ਮੇਰੇ ਸਤਿਗੁਰੂ ਜੀ ਚੌਂਕੀ ਤੋਂ ਉਤਰੇ ਹਨ। ਹਾਥ ਨਿਕਾਸਿਓ ਪ੍ਰੇਮ ਨਿਹਾਰ ਕੈ, ਤੋ ਪ੍ਰੇਮ ਜਾਣ ਕਰਕੇ ਹਜੂਰ ਨੇ ਆਪ ਚੌਂਕੀ ਦਾ ਪਾਵਾ ਚੁੱਕ ਕੇ ਹੱਥ ਕੱਢਿਆ ਹੈ। ਗਰਤ ਹਥੇਰੀ ਵਿਖੇ ਨਿਹਾਰਾ, ਜਦੋਂ ਦੇਖਿਆ ਬੜਾ ਭਾਰੀ ਡੂੰਘਾ ਗਰਤ ਟੋਆ ਜ਼ਖਮ ਪਿਆ ਹੋਇਆ ਹੱਥ ਵਿੱਚ ਦੇਖਿਆ। ਕਹਿਓ ਖੇਦ ਬੀਬੀ ਕਿਮ ਧਾਰਾ, ਤੇ ਮਹਾਰਾਜ ਕਹਿਣ ਲੱਗੇ ਹੈ ਬੇਟਾ ਤੂੰ ਇੰਨਾ ਕਸ਼ਟ ਕਾਹਦੇ ਵਾਸਤੇ ਸਹਾਰਿਆ ਹੈ? ਪਿਤਾ ਜੀ ਹਮਰੀ ਮਤ ਅਨਜਾਨੀ, ਤੋ ਬੇਨਤੀ ਕੀਤੀ ਹੈ ਪਿਤਾ ਸਤਿਗੁਰੂ ਜੀ ਸਾਡੀ ਅਣਜਾਣ ਮਤ ਹੈ, ਹੋਏ ਨਾ ਸਕੇ ਸੇਵ ਗੁਣ ਖਾਨੀ, ਇਹ ਗੁਣਾਂ ਦੇ ਖਜ਼ਾਨੇ ਮਹਾਰਾਜ ਤੁਹਾਡੀ ਸੇਵਾ ਕਰ ਨਹੀਂ ਸਕਦੇ। ਦੇਖੋ ਇਤਨੀ ਘਾਲਣਾ ਹੈ, ਇਤਨਾ ਕਸ਼ਟ ਵੀ ਸਹਾਰਿਆ ਹੈ, ਪਰ ਨਿਮਰਤਾ ਇਹ ਹੈ ਕਿ ਅਣਜਾਣ ਹਾਂ ਮਹਾਰਾਜ ਤੁਹਾਡੀ ਸੇਵਾ ਕਰ ਨਹੀਂ ਸਕਦੇ। ਨਿਸ ਬਾਸੁਰ ਮੈਂ ਰਹਿਤ ਬਸੂਰਤ, ਮੈਂ ਤਾਂ ਮਹਾਰਾਜ ਦਿਨ ਰਾਤ ਇਸੇ ਗੱਲ ਤੋਂ ਹੀ ਝੂਰਦੀ ਰਹਿੰਦੀ ਹਾਂ ਜੀ, ਫਿਕਰ ਕਰਦੀ ਹਾਂ। ਆਹੋ ਆਪ ਪਰਮੇਸ਼ਰ ਮੂਰਤ, ਤੁਸੀਂ ਤਾਂ ਮਹਾਰਾਜ ਪਰਮੇਸ਼ਵਰ ਦਾ ਸਰੂਪ ਹੋ ਜੀ। ਸਫਲ ਨੇਤਰ ਜੇ ਦਰਸ਼ਨ ਕਰੇ, ਤੋ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਨੇਤਰ ਸਫਲੇ ਹੋ ਜਾਂਦੇ ਹਨ। ਹਾਥ ਸਫਲ ਟਹਿਲ ਜੋ ਅਨਸਰੇ, ਤੇ ਜਿਹੜੇ ਆਪ ਦੇ ਅਨੁਸਾਰੀ ਹੋ ਕਰਕੇ ਹੱਥਾਂ ਨਾਲ ਸੇਵਾ ਕਰ ਲਈਏ ਉਹ ਹੱਥ ਸਫਲ ਹੋ ਜਾਂਦੇ ਹਨ। ਹਿਰਦਾ ਸਫਲ ਜਿਸ ਮਹਿ ਤੁਮ ਬਾਸੋ, ਹਿਰਦਾ ਉਹੀ ਸਫਲਾ ਹੈ ਸੋ ਜਿਹਦੇ ਹਿਰਦੇ ਵਿੱਚ ਤੁਸੀਂ ਵਸ ਜਾਓ। ਚਰਨ ਸਫਲ ਤੁਮ ਹਿਤ ਚੱਲ ਜਾਸੋ, ਪੈਰ ਉਹੀ ਸਫਲ ਨੇ
ਜਿਹੜੇ ਤੁਹਾਡੇ ਦਰਸ਼ਨਾਂ ਵਾਸਤੇ ਚੱਲਦੇ ਹਨ। ਸਕਲ ਸਰੀਰ ਸਫਲ ਵੱਡ ਭਾਗੇ, ਤੋ ਸਾਰਾ ਸਰੀਰ ਹੀ ਵੱਡੇ ਭਾਗਾਂ ਵਾਲਿਆਂ ਦਾ ਸਫਲ ਹੋ ਜਾਂਦਾ ਹੈ। ਜੋ ਰਾਵਰ ਕੀ ਸੇਵਾ ਲਾਗੇ, ਜਿਹੜੇ ਸਰੀਰ ਤੁਹਾਡੀ ਸੇਵਾ ਵਿੱਚ ਲੱਗ ਜਾਣ ਮਹਾਰਾਜ। ਸੁਨ ਤਨ ਜਾ ਕੇ ਬਚਨ ਸੁਹਾਏ, ਐਸੇ ਸੋਭਨੀਕ ਸੁਪੁੱਤਰੀ ਦੇ ਬਚਨ ਸਰਵਣ ਕੀਤੇ ਸਤਿਗੁਰਾਂ ਨੇ। ਪਿਖ ਦੁਸ ਕਰਮ ਕੀਨ ਜਿਸ ਭਾਏ, ਜਿਸ ਭਾਵਨਾ ਸਹਿਤ, ਜਿਸ ਤਰੀਕੇ ਦੇ ਨਾਲ ਦੁਸ਼ਕਰ ਕਰਮ, ਬੜਾ ਕਠਿਨ ਕਰਮ ਕੀਤਾ ਹੈ। ਹੋਏ ਪ੍ਰਸੰਨ ਬਰ ਦਇਓ ਸੁਜਾਨਾ, ਮੇਰੇ ਸਤਿਗੁਰੂ ਜੀ ਖੁਸ਼ ਹੋ ਕਰਕੇ ਸੋ ਬੀਬੀ ਭਾਨੀ ਜੀ ਨੂੰ ਵਰ ਦਿੱਤੇ ਹਨ। ਸੰਤਤ ਤੇਰੀ ਬਦੇ ਮਹਾਨਾ, ਤੁਹਾਡੀ ਔਲਾਦ ਬਹੁਤ ਵਧੇਗੀ। ਸਕਲ ਜਗਤ ਕੀ ਹੋਵਹਿ ਪੂਜ, ਤੇ ਸਾਰੇ ਜਗਤ ਦੀ ਪੂਜਨੀਕ ਹੋਵੇਗੀ। ਤੁਹਾਡੀ ਅੰਸ਼ ਵੰਸ਼ ਜਿਹੜੀ ਹੈ ਪੂਜੀ ਜਾਏਗੀ ਸੰਸਾਰ ਵਿੱਚ। ਜੈਸੋ ਚੜ੍ਹੇ ਚੰਦਰਮਾ ਦੂਜ, ਜਿਵੇਂ ਦੂਜ ਦਾ ਚੰਦਰਮਾ ਚੜ੍ਹਦਾ ਨਾ ਮੱਸਿਆ ਦੀ ਰਾਤ ਤੋਂ ਬਾਅਦ। ਬੜ ਅਸਵਰਜ ਵਧੇ ਤਿਮ ਆਗੇ, ਜਿਵੇਂ ਦੂਜ ਦਾ ਚੰਦਰਮਾ ਵੱਧਦਾ ਤਿਵੇਂ ਤਿਵੇਂ ਤੁਹਾਡੀ ਵੰਸ਼ ਵਿੱਚ ਸੋ ਪਦਾਰਥ ਵਿਭੂਤੀਆਂ ਜਿਹੜੀਆਂ ਨੇ ਸਮੱਗਰੀ ਸਾਰੀ ਵਧੇਗੀ। ਜੋ ਤਿਨ ਸੇਵੈ ਸੋ ਵੱਡ ਭਾਗੇ, ਜੋ ਤੁਹਾਡੀ ਅੰਸ਼ ਦੀ ਸੋਢ ਵੰਸ਼ ਦੀ ਸੇਵਾ ਕਰਨਗੇ ਵੱਡੇ ਭਾਗਾਂ ਵਾਲੇ ਹੋਣਗੇ। ਆਗੇ ਬੰਸ ਵਿਖੇ ਨਿਪਜੈ ਹੈ, ਅੱਗੇ ਤੁਹਾਡੀ ਵੰਸ਼ ਦੇ ਵਿੱਚ ਪੈਦਾ ਹੋਣਗੇ। ਮਹਾਬਲੀ ਸੇ ਜਗ ਮਹਿ ਹੋਵੈ ਹੈ, ਮਹਾਨ ਬਲੀ ਸੂਰਮੇ ਸੰਸਾਰ ਵਿੱਚ ਹੋਣਗੇ ਜੀ। ਸ਼ਸਤਰ ਗਹਿ ਦੁਸ਼ਟਨ ਕੋ ਘਾਵ ਹੈ, ਜੋ ਇਸ ਪ੍ਰਕਾਰ ਸ਼ਸਤਰ ਪਕੜ ਕਰਕੇ ਧਰਮ ਯੁੱਧ ਕਰਕੇ ਜ਼ਾਲਮ ਦਾ ਤੇ ਜ਼ੁਲਮ ਦਾ ਨਾਸ਼ ਕਰਨਗੇ। ਆਪਨੋ ਅਦਕ ਪ੍ਰਤਾਪ ਵਧਾਵ ਹੈ, ਤੇ ਮੇਰੇ ਮਾਲਕ ਜੀ ਦੀ ਕਿਰਪਾ ਦਾ ਸਦਕਾ ਹਜੂਰ ਕਹਿੰਦੇ ਬੜਾ ਭਾਰੀ ਪ੍ਰਤਾਪ ਵਧਾਉਣਗੇ ਆਪਣਾ ਇਸ ਤਰ੍ਹਾਂ ਦੇ ਨਾਲ। ਪਰਮ ਧਰਮ ਪੀਰੀ ਅਰ ਮੀਰੀ, ਸੋ ਧਰਮ ਤੇ ਕਰਮ ਹੈ। ਸੋ ਇਸ ਪ੍ਰਕਾਰ ਪੀਰੀ ਦੇ ਨਾਲ ਜੋ ਮੀਰੀ ਹੈ, ਧਰਹਿ ਆਪ ਦੇ ਅਪਰ ਤਗੀਰੀ, ਤੋ ਆਪ ਵੀ ਧਾਰਨ ਕਰਨਗੇ ਤੇ ਹੋਰਨਾਂ ਤੇ ਵੀ ਬਖਸ਼ਿਸ਼ਾਂ ਕਰਨਗੇ। ਕਲ ਯੁਗ ਮਹਿ ਜਹ ਕਹਿ ਜੈਕਾਰੋ, ਕਲਯੁਗ ਦੇ ਇਸ ਸਮੇਂ ਦੇ ਵਿੱਚ ਜਿੱਥੇ ਕਿੱਥੇ ਇਸ ਤਰੀਕੇ ਦੇ ਨਾਲ ਤੁਹਾਡੀ ਵੰਸ਼ ਦੀ ਜੈ ਜੈਕਾਰ ਹੋਵੇਗੀ। ਕਰਹਿ ਉਦਾਹਰਨ ਨਰਨ ਹਜ਼ਾਰੋਂ, ਤੇ ਹਜ਼ਾਰਾਂ ਹੀ ਮਨੁੱਖਾਂ ਦਾ ਉਧਾਰ ਕਰਨਗੇ। ਸੋਢ ਬੰਸ ਕਹੋ ਵੱਡ ਵਡਿਆਈ, ਇਸ ਪ੍ਰਕਾਰ ਸੋ ਜਿਹੜੀ ਵੱਡੀ ਵਡਿਆਈ ਹੈ ਇਸ ਪ੍ਰਕਾਰ ਤੁਹਾਡੀ ਵੰਸ਼ ਨੂੰ ਛੱਡ ਕੇ ਤੈਂ ਕਰ ਭਗਤ ਭਲੇ ਅਬ ਪਾਈ, ਤੂੰ ਇਹ ਭਗਤੀ ਕਰਕੇ ਸੇਵਾ ਕਰਕੇ ਮਹਾਨ ਵਡਿਆਈ ਪ੍ਰਾਪਤ ਕੀਤੀ ਹੈ। ਭਾਵ ਹੈ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਸੋਢ ਵੰਸ਼ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ 10ਵੇਂ ਪਾਤਸ਼ਾਹ ਮਹਾਰਾਜ ਵੱਲ ਸੋ ਧਿਆਨ ਦਿਵਾਇਆ ਹੈ ਕਿ ਐਸੇ ਬਲੀ ਯੋਧੇ ਹੋ ਕਰਕੇ ਸੋ ਦੁਨੀਆ ਦੇ ਵਿੱਚ ਧਰਮ ਨੂੰ ਕਾਇਮ ਕਰਨਗੇ। ਤੀਨੋਂ ਕਾਲ ਵਿਖੇ ਤੁਝ ਜੈਸੀ, ਜਿਸ ਤਰੀਕੇ ਦੇ ਨਾਲ ਤੁਸਾਂ ਨੇ ਮਹਾਨ ਸੇਵਾ ਕੀਤੀ ਹੈ, ਕੋਈ ਨਾ ਹੈ ਹੋਵੇਗੀ ਐਸੀ, ਤੋ ਇਹੋ ਜੀ ਤੁਹਾਡੇ ਵਰਗੀ ਸੋ ਨਾ ਕੋਈ ਹੋਈ ਤੇ ਨਾ ਕੋਈ ਅੱਗੇ ਵਾਸਤੇ ਹੋਵੇਗੀ। ਪਿਤਾ ਗੁਰੂ ਜਗ ਗੁਰ ਹੋਏ ਕੰਤ, ਜਿਨ੍ਹਾਂ ਦਾ ਪਿਤਾ ਗੁਰੂ, ਜਿਹਨਾਂ ਦਾ ਕੰਤ ਪਤੀ ਗੁਰੂ ਹੋਇਆ ਹੈ ਹੀ ਹੈ। ਪੁੱਤਰ ਗੁਰੂ ਹੋਏ ਪੌਤਰ ਮਹੰਤ, ਤੇ ਉਹ ਜਿਹਨਾਂ ਦਾ ਪੁੱਤਰ ਵੀ ਗੁਰੂ ਹੋਵੇਗਾ, ਪੋਤਰਾ ਵੀ ਮਹਾਨ ਪੂਜਨੀਕ ਗੁਰੂ ਹੋਵੇਗਾ। ਕਿਆ ਅਬ ਕਹੈ ਤੋਰ ਵਡਿਆਈ, ਤੇ ਹਜੂਰ ਕਹਿੰਦੇ ਤੇਰੀ ਕਿੰਨੀ ਕੁ ਵਡਿਆਈ ਕਹਿ ਸਕੀਏ ਅਸੀਂ। ਜਿਸ ਕੀ ਸਮ ਕੋ ਹੋਵੇ ਨਾ ਸਕਾਈ, ਜਿਨ੍ਹਾਂ ਦੇ ਬਰਾਬਰ ਹੋਰ ਕੋਈ ਹੋ ਹੀ ਨਹੀਂ ਸਕਦਾ ਹੈ। ਅਤ ਪ੍ਰਸੰਨ ਸ੍ਰੀ ਅਮਰ ਕਿਰਪਾਲ, ਧੰਨ ਮੇਰੇ ਸਤਿਗੁਰੂ ਅਮਰਦਾਸ ਮਹਾਰਾਜ ਬਹੁਤ ਹੀ ਪ੍ਰਸੰਨ ਕਿਰਪਾਲੂ ਹੋਏ ਹਨ। ਇਤਿਆਦਿਕ ਬਰ ਦੀਏ ਵਿਸਾਲ, ਇਸ ਤੋਂ ਆਦ ਲੈ ਕਰਕੇ ਮੇਰੇ ਹਜੂਰ ਜੀ ਨੇ ਬਹੁਤ ਸਾਰੇ ਵਰਦਾਨ ਬਖਸ਼ੇ ਹਨ ਆਪਣੀ ਸੇਵਾਦਾਰ ਸੁਪੁੱਤਰੀ ਨੂੰ। ਸੁਨ ਕਰ ਜੋਰਤ ਔਰ ਸਨਮਾਨੀ, ਤੋ ਹੱਥ ਜੋੜ ਕਰਕੇ ਹਿਰਦੇ ਵਿੱਚ ਬੜਾ ਸਤਿਕਾਰ ਕੀਤਾ ਹੈ। ਵੱਡ ਭਾਗਨ ਨੇ ਬੰਦਨ ਠਾਨੀ, ਵੱਡੇ ਭਾਗਾਂ ਵਾਲੇ ਬੀਬੀ ਭਾਨੀ ਜੀ ਨੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਪਿਤ ਬਾਨੀ ਸਾਚੀ ਨਿਤ ਜਾਨੀ, ਤੇ ਜਾਣਿਆ ਕਿ ਪਿਤਾ ਜੀ ਦੇ ਬਚਨ ਸਦਾ ਹੀ ਸੱਚ ਹਨ। ਜੋ ਵੀ ਬਚਨ ਮਹਾਰਾਜ ਨੇ ਕੀਤੇ ਨੇ ਸਾਰੇ ਸੱਚ ਹਨ। ਇਉਂ ਜਾਣ ਕੇ ਮਹਾਰਾਜ ਦੇ ਚਰਨ ਪਕੜੇ ਹਨ। ਵਰ ਦੇਵਨ ਤੇ ਬਹੁ ਹਰਖਾਨੀ, ਤੇ ਗੁਰੂ ਸਾਹਿਬ ਦੇ ਵਰ ਦੇਣ ਤੇ ਬਹੁਤ ਖੁਸ਼ੀ ਪ੍ਰਾਪਤ ਕੀਤੀ ਹੈ। ਆਇਸ ਲੈ ਗ੍ਰਹਿ ਵਿਖੇ ਸਿਧਾਈ, ਤੋ ਆਗਿਆ ਲੈ ਕਰਕੇ ਘਰ ਵਿੱਚ ਗਈ ਹੈ। ਸਰਬੋਤਮ ਪਦ ਕੋ ਨਿਜ ਪਾਈ, ਤੋ ਸਭ ਤੋਂ ਉੱਤਮ ਪਦਵੀ ਪ੍ਰਾਪਤ ਕੀਤੀ ਹੈ ਬ੍ਰਹਮ ਗਿਆਨ ਦੀ। ਸਦਾ ਭਗਤ ਕੇ ਬਸ ਗੁਰ ਸੁਆਮੀ, ਮੇਰੇ ਸੁਆਮੀ ਮਾਲਕ ਧੰਨ ਸਤਿਗੁਰੂ ਜੀ ਭਗਤੀ ਦੇ ਵਸ ਹਨ। ਸੋ ਕਿ ਏਕ ਹੈ ਅਧੀਨ ਹੈ ਭਗਤੀ ਤੋਖਤ ਦੀਨ ਕਿਰਪਾਲਾ, ਸਿਰ ਭਗਤੀ ਤੇ ਖੁਸ਼ ਹੁੰਦੇ ਹਨ। ਦੇਤ ਆਦੇ ਸੋ ਜੋ ਅੰਤਰ ਜਾਮੀ, ਅੰਤਰ ਜਾਮੀ ਹਨ
ਪ੍ਰਸੰਨ ਹੁੰਦੇ, ਜੋ ਨਹੀਂ ਵੀ ਦਿੱਤੀ ਜਾਣ ਵਾਲੀ ਵਸਤੂ ਉਹ ਵੀ ਦੇ ਦਿੰਦੇ ਨੇ। ਐਸੇ ਮੇਰੇ ਗੁਰੂ ਸਮਰੱਥ ਹਨ। ਏਕ ਦਿਵਸ ਸ੍ਰੀ ਅਰਜਨ ਲਗ ਬੈ। ਇੱਕ ਦਿਨ ਛੋਟੀ ਅਵਸਥਾ ਵਿੱਚ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਖੇਲਤ ਅਜਰ ਬਿਖੇ ਇਤ ਉਤ ਹੋਏ। ਤੋ ਵਿਹੜੇ ਦੇ ਵਿੱਚ ਇੱਧਰ ਉੱਧਰ ਗੋਡਣੀਆਂ ਰੜ ਕੇ ਖੇਲ ਰਹੇ ਸਨ ਬਾਲ ਅਵਸਥਾ ਵਿੱਚ। ਬਾਲਕ ਗੁਰ ਢਿਗ ਜਾਏ ਨਾ ਕੋਊ। ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ, ਕੋਈ ਵੀ ਬਾਲਕ ਜਿਹੜਾ ਬੱਚਾ ਹੈ ਗੁਰੂ ਦੇ ਕੋਲ ਨਹੀਂ ਜਾਏਗਾ। ਵਰਜੇ ਹੁਤੇ ਪ੍ਰਥਮ ਹੀ ਸੋਊ। ਤੋਂ ਪਹਿਲਾਂ ਹੀ ਮੇਰੇ ਹਜੂਰ ਨੇ ਵਰਜੇ ਰੋਕੇ ਹੋਏ ਸਨ। ਸਮਸ ਬਹੀਨੋ ਜਾਏ ਨ ਪਾਸ। ਜੋ ਦਾੜੇ ਤੋਂ ਬਿਨਾਂ ਜਿਹੜਾ ਵੀ ਕੋਈ ਸਰੀਰ ਹੈ ਗੁਰੂ ਦੇ ਨੇੜੇ ਨਾ ਜਾਵੇ। ਅਸ ਆਇਸ ਗੁਰ ਕਰੀ ਪ੍ਰਕਾਸ਼। ਇਹੋ ਜਿਹਾ ਹੁਕਮ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਹੋਇਆ ਸੀ। ਤਬ ਸ੍ਰੀ ਅਰਜਨ ਸਹਿਜ ਸੁਭਾਏ। ਸੁਤੇ ਸੁਭਾ ਹੀ ਮੇਰੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜਨਨੀ ਪਿਤ ਕੇ ਗ੍ਰਹਿ ਦਿਸ ਜਾਏ। ਆਪਣੇ ਮਾਤਾ ਜੀ ਦੇ ਪਿਤਾ ਆਪਣੇ ਨਾਨਾ ਸਤਿਗੁਰੂ ਜੀ ਦੇ ਪਾਸ ਚਲੇ ਗਏ ਹਨ। ਅੰਤਰ ਪ੍ਰਵੇਸੇ ਤਹ ਲੱਗ ਗਏ। ਗੁਰੂ ਸਾਹਿਬ ਦੇ ਅਸਥਾਨ ਦੇ ਕਮਰੇ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਗੁਰ ਪਰਯੰਕ ਪਰ ਜਹ ਥਿਤ ਥੇ। ਜਿੱਥੇ ਮੇਰੇ ਸਤਿਗੁਰੂ ਜੀ ਪਲੰਘੇ ਦੇ ਉੱਤੇ ਸੁਭਾਏਮਾਨ ਸਨ। ਪੌਡਨ ਸਮੇਂ ਹੁਤੋ ਸਭ ਜਾਨ। ਤੋ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਜਾਣਦੇ ਨੇ ਕਿ ਮਹਾਰਾਜ ਸਤਿਗੁਰੂ ਜੀ ਦੇ ਆਰਾਮ ਦਾ ਸਥਾਨ ਹੈ। ਸੇਵਕ ਨਿਕਟ ਥਿਰਈ ਥਾਨ। ਇਸ ਪ੍ਰਕਾਰ ਮੇਰੇ ਸਤਿਗੁਰੂ ਜੀ ਦੇ ਸਥਾਨ ਦੇ ਕੋਲ ਥੋੜੇ ਹੀ ਸੇਵਕ ਸਨ। ਭਾਨੀ ਨੇ ਸੁਰਤ ਜਾਨ ਨਿਹਾਰਾ। ਤੋ ਬੀਬੀ ਭਾਨੀ ਜੀ ਨੇ ਦੇਖਿਆ ਕਿ ਬਾਲਕ ਗੁਰੂ ਸਾਹਿਬ ਦੇ ਕੋਲ ਗਿਆ ਹੈ। ਧਾਈ ਗਹਿਨ ਹੇਤ ਡਰ ਧਾਰਾ। ਮਹਾਰਾਜ ਤੋਂ ਡਰਦੇ ਮਾਰੇ ਭੱਜ ਕੇ ਜਾ ਕਰਕੇ ਬਾਲਕ ਨੂੰ ਪਕੜਨ ਵਾਸਤੇ ਗਏ ਹਨ। ਖੇਲਤ ਲੱਗੀ ਦੇਹ ਬਹੁ ਮਾਟੀ। ਤੋਂ ਖੇਲਦਿਆਂ ਹੋਇਆਂ ਸਰੀਰ ਮਿੱਟੀ 'ਚ ਲੱਬੜਿਆ ਹੋਇਆ ਸੀ। ਠਾਂਡੋ ਗਹੇ ਪਲੰਗ ਕੀ ਪਾਟੀ। ਖੜੇ ਹੋ ਕਰਕੇ ਪਾਵੇ ਨੂੰ ਪਕੜ ਕਰਕੇ ਪਲੰਗ ਦੀ ਫੱਟੀ ਬਾਹੀ ਜਿਹੜੀ ਸੀ ਉਸ ਨੂੰ ਪਕੜ ਲਿਆ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਆਵਤ ਜਨਨੀ ਲੱਗ ਤਹ ਗਇਓ। ਤੋ ਇਸ ਪ੍ਰਕਾਰ ਜਦੋਂ ਤੱਕ ਮਾਤਾ ਜੀ ਲੱਗ ਗਏ ਆਨੇ ਬੀਬੀ ਭਾਨੀ ਜੀ ਉੱਥੋਂ ਤੱਕ ਪਹੁੰਚ ਗਏ ਹਨ। ਸੰਗ ਪਲੰਗ ਕੇ ਠਾਂਡੋ ਭਇਓ। ਤੋ ਪਲੰਗੇ ਦੇ ਨਾਲ ਬਾਹੀ ਫੜ ਕਰਕੇ ਬਾਲਕ ਸਰੂਪ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਸੋ ਖੜੇ ਹੋ ਗਏ ਹਨ। ਗਹਿਨ ਹੇਤ ਜਬ ਨਿਕਟ ਸਿਧਾਰੀ। ਪਕੜਨ ਵਾਸਤੇ ਜਦੋਂ ਬੀਬੀ ਜੀ ਕੋਲ ਗਏ ਹਨ ਤਾਂ ਪਿਖ ਕਿਰਪਾਲ ਨੇ ਗਿਰਾ ਉਚਾਰੀ। ਕਿਰਪਾਲੂ ਸਤਿਗੁਰੂ ਨੇ ਵੇਖ ਕਰਕੇ ਤੇ ਬਚਨ ਕੀਤਾ ਹੈ। ਨਹਿ ਲੈ ਜਾਹੋ ਰਹਿਣ ਦਿਓ ਖਰਿਓ। ਤੋ ਕਹਿਣ ਲੱਗੇ ਭਾਨੀ ਜੀ ਰਹਿਣ ਦਿਓ, ਇਹਨਾਂ ਨੂੰ ਖੜੇ ਰਹਿਣ ਦਿਓ, ਫੜ ਕੇ ਲਿਜਾਓ, ਨਸ਼ਾ ਤੋਂ ਦੂਰ ਨਾ ਲਿਜਾਓ। ਜੁਗ ਕਰ ਸੋ ਗੁਰ ਗਹਿਬੋ ਕਰਿਓ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਬਾਹੀ ਮੰਜੇ ਦੀ ਫੜ ਕੇ ਗੁਰੂ ਸਾਹਿਬ ਦੇ ਮੁਖ ਵੱਲ ਦੇਖ ਰਹੇ ਸਨ। ਸਤਿਗੁਰੂ ਪਾਤਸ਼ਾਹ ਨੇ ਡੌਲਿਆਂ ਤੋਂ ਪਕੜ ਕਰਕੇ ਉੱਪਰ ਚੁੱਕਿਆ ਹੈ। ਉੱਪਰ ਕੋ ਉਠਾਏ ਤਬ ਤੋਲਿਓ। ਤੇ ਸਰੀਰ ਨੂੰ ਤੋਲਿਆ ਉੱਪਰ ਬਾਜੂਆਂ ਤੋਂ ਫੜ ਕਰਕੇ। ਗੁਰ ਗਰਵ ਭਾਰ ਲਖ ਸ੍ਰੀ ਮੁਖ ਬੋਲਿਓ। ਜਦੋਂ ਤੱਕਿਆ ਹੈ ਕਿ ਬਾਲ ਅਵਸਥਾ ਹੁਣ ਸਰੀਰ ਦਾ ਭਾਰ ਭਾਰੀ ਹੈ, ਇਉਂ ਜਾਣ ਕੇ ਮੇਰੇ ਹਜੂਰ ਨੇ ਬਚਨ ਕੀਤਾ। ਭਾਰੀ ਗੁਰ ਜਗ ਮਹਿ ਬਿਦਤ ਹੈ। ਇਹ ਭਾਰੀ ਗੁਰੂ ਸੰਸਾਰ 'ਚ ਪ੍ਰਗਟ ਹੋਣਗੇ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਇਹ ਵਰ ਦਿੱਤਾ ਹੈ ਬਚਪਨ ਵਿੱਚ ਹੀ। ਭਾਈ ਸਰੀਰ ਹੀ ਬਾਲਕ ਹੈ ਨਾ, ਰੂਹ ਤਾਂ ਮਹਾਰਾਜ ਦੀ ਉਹੋ ਹੀ ਹੈ ਨਾ ਜੋ ਮੱਥੇ ਤੇ ਭਾਗ ਹੈ ਕਿ ਗੁਰੂ ਰੂਪ ਹੋਣਾ ਹੈ। ਮੇਰੇ ਸਤਿਗੁਰੂ ਪਾਤਸ਼ਾਹ ਇਹ ਵਰਦਾਨ ਦੇ ਕੇ ਪ੍ਰਗਟ ਕਰ ਰਹੇ ਹਨ। ਬਾਣੀ ਕੋ ਬਹੁਤ ਵੱਡ ਹੋਵੇ ਹੈ। ਵੱਡਾ ਭਾਰੀ ਇਹ ਬਾਣੀ ਦਾ ਬਹੁਤ ਜਹਾਜ਼ ਹੋਣਗੇ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਨਗੇ। ਤਬ ਸ੍ਰੀ ਅਰਜਨ ਚਰਨ ਉਠਾਇਬ। ਤਾਂ ਜਿਸ ਵੇਲੇ ਡੌਲਿਆਂ ਤੋਂ ਉੱਪਰ ਚੱਕਿਆ ਨਾ ਤੇ ਬਾਲ ਸਰੂਪ ਨੇ ਆਪਣੇ ਚਰਨ ਜਿਹੜੇ ਸਨ ਉਹ ਗੁਰੂ ਸਾਹਿਬ ਦੇ ਮੰਜੇ ਵੱਲ ਨੂੰ ਕੀਤੇ ਹਨ। ਉੱਪਰ ਧਰਨ ਪਰਯੰਕ ਲੁਭਾਇਬ। ਕਿਉਂਕਿ ਚਾਹੁੰਦੇ ਨੇ ਸੋ ਕੇ ਮੰਜੇ ਦੇ ਉੱਤੇ ਪਲੰਘੇ ਦੇ ਉੱਤੇ ਆਪਣੇ ਪੈਰ ਰੱਖ ਦਈਏ। ਗੁਰੂ ਦੇਖ ਕਰ ਬਾਕ ਬਖਾਨੇ। ਇਸ ਸਤਿਗੁਰੂ ਜੀ ਦੀ ਬਾਲਕ ਦੀ ਕਿਰਿਆ ਜਾਣ ਕਰਕੇ ਧੰਨ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਵੀ ਬਚਨ ਕਰਦੇ ਹਨ। ਅਬ ਤੇ ਹੀ ਗਾਦੀ ਲਲਚਾਨੇ। ਤੇ ਕਹਿਣ ਲੱਗੇ ਭਾਈ ਹੁਣੇ ਹੀ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਗੱਦੀ ਮਿਲ ਜਾਵੇ, ਹੁਣੇ ਤਖਤ ਤੇ ਬਹਿਣਾ ਚਾਹੁੰਦੇ ਤੁਸੀਂ। ਆਪਣੇ ਪਿਤਾ ਪਾਸ ਤੇ ਲੀਜੇ ਹੈ। ਅਜੇ ਸਮਾਂ ਨਹੀਂ, ਤੁਸੀਂ ਆਪਣੇ ਪਿਤਾ ਜੀ ਤੋਂ ਪ੍ਰਾਪਤ ਕਰਿਓ। ਇਹ ਗੁਰਤਾ ਗੱਦੀ ਤੁਹਾਡੇ ਪਿਤਾ ਜੀ ਤੋਂ ਤੁਹਾਨੂੰ ਮਿਲੇਗੀ। ਤਬ ਲਗ ਧੀਰਜ ਧਾਰ ਥਰੀਜ ਹੈ। ਤਦੋਂ ਤੱਕ ਧੀਰਜ ਧਾਰ ਕਰਕੇ ਟਿਕੇ ਰਹੋ। ਇਹ ਬਖਸ਼ਿਸ਼ ਜਿਹੜੀ ਗੁਰਤਾ ਗੱਦੀ ਦੀ ਤੁਹਾਡੇ ਪਿਤਾ ਜੀ ਤੋਂ ਤੁਹਾਨੂੰ ਮਿਲੇਗੀ। ਸੁਨ ਕਰ ਪਿਤਾ ਬਾਕ ਅਨਕੂਲੇ। ਜਦੋਂ ਇਹ ਆਪਣੇ ਅਨੁਸਾਰੀ ਸੋਭਾ ਵਾਲੇ ਬਚਨ ਬੀਬੀ ਭਾਨੀ ਜੀ ਨੇ ਸੁਣੇ ਹਨ ਤਾਂ ਅਦਕ ਕਿਰਪਾ ਲਖ ਮਨ ਮਹਿ ਫੂਲੇ। ਤੇ ਇਸ ਪ੍ਰਕਾਰ
ਬਹੁਤ ਹੀ ਕਿਰਪਾ ਜਾਣ ਕਰਕੇ ਮਨ ਬਹੁਤ ਪ੍ਰਸੰਨ ਹੋਇਆ ਹੈ। ਲਗ ਸੁਤ ਕੋ ਗੁਰ ਚਰਨਨ ਪਾਇਬ, ਤੋ ਇਸ ਬਾਲਕ ਸਰੂਪ ਨੂੰ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਾ ਦਿੱਤੀ ਬੀਬੀ ਜੀ ਨੇ। ਲੇਕਰ ਗੋਦ ਪ੍ਰਮੋਦਤ ਲਿਆਇਬ, ਬਹੁਤ ਖੁਸ਼ ਹੋ ਕਰਕੇ ਗੋਦੀ 'ਚ ਲੈ ਕਰਕੇ ਧੰਨ ਅਰਜਨ ਸਾਹਿਬ ਮਹਾਰਾਜ ਸਤਿਗੁਰੂ ਜੀ ਨੂੰ ਬਾਲ ਸਰੂਪ ਦੇ ਵਿੱਚ ਗੋਦੀ 'ਚ ਲੈ ਕਰਕੇ ਬੀਬੀ ਜੀ ਆਏ ਹਨ ਬਾਹਰ। ਤੀਨੋਂ ਪੁੱਤਰਨ ਕੋ ਪ੍ਰਤ ਪਾਰਤ, 3 ਪੁੱਤਰ ਹਨ, ਸੋ ਉਹਨਾਂ ਦੀ ਪਾਲਣਾ ਕਰਦੇ ਨੇ ਬੀਬੀ ਭਾਨੀ ਜੀ। ਪਿਤ ਸੇਵਾ ਮਹਿ ਪ੍ਰੀਤੀ ਧਾਰਤ, ਪਿਤਾ ਜੀ ਦੀ ਸੇਵਾ ਵਿੱਚ ਇੰਨੀ ਪ੍ਰੀਤ ਧਾਰਨ ਕੀਤੀ ਹੋਈ ਹੈ। ਤਿਮਹੀ ਰਾਮਦਾਸ ਵੱਡ ਭਾਗੇ, ਵੱਡੇ ਭਾਗਾਂ ਵਾਲੇ ਰਾਮਦਾਸ ਮਹਾਰਾਜ ਉਸੇ ਤਰ੍ਹਾਂ ਹੀ ਗੁਰੂ ਸਾਹਿਬ ਦੀ ਸੇਵਾ ਵਿੱਚ ਜੁਟੇ ਹਨ। ਨਿਸ ਬਾਸੁਰ ਸੇਵਾ ਮਹਿ ਲਾਗੇ, ਦਿਨੇ ਰਾਤ ਅਣਥੱਕ ਗੁਰੂ ਦੀ ਸੇਵਾ ਵਿੱਚ ਜੁਟੇ ਹੋਏ ਨੇ। ਦੋਹਰਾ ਇੱਕ ਦਿਨ ਸ੍ਰੀ ਸਤਿਗੁਰੂ ਜੀ, ਇੱਕ ਦਿਨ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਅਮਰਦਾਸ ਸੁਖ ਰਾਸ, ਸੁੱਖਾਂ ਦੇ ਖਜ਼ਾਨੇ ਧੰਨ ਗੁਰੂ ਅਮਰਦਾਸ ਮਹਾਰਾਜ ਕਰਿਓ ਹਕਾਰਨ ਏਕਲੋ, ਕੱਲਿਆਂ ਨੂੰ ਕਹਿੰਦੇ ਆਪਣੇ ਪਾਸ ਬੁਲਾਇਆ ਹੈ। ਪਾਰੋ ਆਪਣੇ ਪਾਸ, ਭਾਈ ਪਾਰੋ ਜੀ ਪਰਮਹੰਸ ਨੂੰ ਹਜ਼ੂਰ ਨੇ ਹੁਕਮ ਦੇ ਕੇ ਕੋਲ ਬੁਲਾਇਆ ਹੈ। ਚੌਪਈ ਪਰਮਹੰਸ ਅਵਸਥਾ ਜਾਹੀ, ਜਿਸ ਦੀ ਅਵਸਥਾ ਪਰਮਹੰਸਾਂ ਵਾਲੀ ਹੈ। ਬਚਨ ਦਾ ਗੁਰੂ ਸਾਹਿਬ ਨੇ ਆਪ ਹੀ ਪਰਮਹੰਸ ਦੀ ਪਦਵੀ ਦਿੱਤੀ ਹੈ ਤੇ ਯੋਗਤਾ ਵੀ ਆਪ ਹੀ ਬਖਸ਼ੀ ਹੋਈ ਹੈ। ਜੜ ਚੇਤਨ ਇੱਕ ਤੇ ਬਿਲਗਾਹੀ, ਜਿਹੜੇ ਜੜ ਤੇ ਚੇਤਨ ਜਿਹੜਾ ਹੈ ਨਾ, ਇਹਨਾਂ ਦੋਨਾਂ ਨੂੰ ਅਲੱਗ ਕਰਕੇ ਸਮਝਣ ਵਾਲੇ, ਜਿਹਨੂੰ ਕਹਿੰਦਾ ਵਿਵੇਕ। ਜੜ ਹੈ ਸਾਡਾ 5 ਭੂਤਕ ਸਰੀਰ, ਔਰ ਚੇਤਨ ਹੈ ਇਹਦੇ ਵਿੱਚ ਪਰਮੇਸ਼ਰ ਦੀ ਜੋਤ, ਜੋ ਇਸ ਨੂੰ ਅਲੱਗ-ਅਲੱਗ ਕਰਕੇ ਸੋ ਸਮਝਣ ਵਾਲੇ ਪ੍ਰਾਪਤ ਕਰਨ ਵਾਲੇ ਹਨ ਭਾਈ ਪਾਰੋ ਜੀ। ਜਿਮ ਪਾਣੀ ਪੈ ਇੱਕ ਹੋਏ ਜਾਏ, ਜਿਸ ਤਰ੍ਹਾਂ ਸੋ ਦੁੱਧ ਤੇ ਪਾਣੀ ਇੱਕੋ ਹੀ ਹੋ ਜਾਂਦੇ ਨੇ, ਮਿਲੇ ਹੁੰਦੇ ਹਨ। ਹੰਸ ਕਰਹਿ ਦੋਇਨ ਪ੍ਰਥਕਾਏ, ਤੋ ਹੰਸ ਜਿਹੜਾ ਜੇ ਉਹਦੇ ਮੂਹਰੇ ਇਉਂ ਦੁੱਧ ਪਾਣੀ ਮਿਲੇ ਰੱਖ ਦਈਏ, ਉਹ ਦੁੱਧ ਤੇ ਪਾਣੀ ਨੂੰ ਵੱਖਰਾ ਕਰ ਦਿੰਦਾ ਹੈ। ਉਸ ਨੂੰ ਸੁੱਚੇ ਮੋਤੀਆਂ ਦੀ ਚੋਗ ਚੁਗਦਾ ਹੈ। ਉਹਦੀ ਚੁੰਝ ਵਿੱਚ ਇਤਨੀ ਖਟਿਆਈ ਹੁੰਦੀ ਹੈ, ਜਦੋਂ ਉਹ ਠੰਡੇ ਦੁੱਧ ਵਿੱਚ ਵੀ ਚੁੰਝ ਪਾਉਂਦਾ ਤੇ ਉਹ ਦੁੱਧ ਫਟ ਜਾਂਦਾ ਹੈ, ਪਨੀਰ ਬਣ ਜਾਂਦਾ ਹੈ। ਪਨੀਰ ਦੇ ਫੁੱਟ ਲੈ ਕਰਕੇ ਖਾ ਲੈਂਦਾ, ਪਾਣੀ ਨੂੰ ਤਿਆਗ ਦਿੰਦਾ ਹੈ। ਇਹ ਹੰਸ ਦੀ ਸਿਫਤ ਹੈ। ਤੇ ਪਰਮਹੰਸ ਇਸ ਲਈ ਕਿ ਜੋ ਮਾਇਆ ਬ੍ਰਹਮ ਰਮੈ ਸੰਸਾਰ, ਸਾਰਾ ਸੰਸਾਰ ਮਾਇਆ ਜੜ ਹੈ, ਔਰ ਬ੍ਰਹਮ ਦਾ ਜਿਹੜਾ ਪ੍ਰਤੀਬਿੰਬ ਇਹਦੇ ਵਿੱਚ ਉਹ ਚੇਤਨ ਭਾਗ ਹੈ। ਤੇ ਇਸ ਗੁਰਸਿੱਖ ਦੇ ਤਾਂ ਹੀ ਮੇਰੇ ਸਿੱਧੂ ਨੇ ਬਖਸ਼ਿਸ਼ ਕੀਤੀ ਹੈ। ਇਸ ਨੇ ਜੜ ਤੇ ਚੇਤਨ ਨੂੰ ਅਲੱਗ-ਅਲੱਗ ਕਰਕੇ ਸੋ ਦੇਖ ਲਿਆ, ਸਮਝ ਲਿਆ, ਪ੍ਰਾਪਤ ਕਰ ਲਿਆ ਹੋਇਆ ਹੈ। ਤੁਰਿਆ ਮਹਿ ਬ੍ਰਿਤ ਥਿਤ ਨਿਤ ਰਹੇ, ਔਰ ਬਿਰਤੀ ਇਹਨਾਂ ਦੀ ਤੁਰਿਆ ਪਦ ਵਿੱਚ ਨਿਤ ਪੁਤ ਟਿਕੀ ਰਹਿੰਦੀ ਹੈ। ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਹਾਜ਼ਰ ਨਾਜ਼ਰ ਜਾਣ ਕੇ ਤੁਰਿਆ ਪਦ ਜਿਹੜਾ ਹੈ ਉਹਦੇ ਵਿੱਚ ਸੁਰਤ ਟਿਕੀ ਰਹਿੰਦੀ ਇਹਨਾਂ ਦੀ 7ਵੀਂ ਭੂਮਿਕਾ ਵਿੱਚ। ਟਿਗ ਬੈਠਾਏ ਤਿਹ ਸੋ ਗੁਰ ਕਹੇ, ਹਜੂਰ ਜੀ ਨੇ ਭਾਈ ਪਾਰੋ ਪਰਮਹੰਸ ਜੀ ਨੂੰ ਬੁਲਾਇਆ, ਆਪਣੇ ਕੋਲ ਬਿਠਾ ਕੇ ਬਚਨ ਕੀਤਾ ਹੈ। ਮਨ ਮੇਰੇ ਮਹਿ ਅਬ ਇਵੇਂ ਆਵੇ, ਹਜੂਰ ਕਹਿੰਦੇ ਨੇ ਮੇਰੇ ਪਰਮਹੰਸ ਜੀ ਸਾਡੇ ਮਨ ਵਿੱਚ ਇਉਂ ਵਿਚਾਰ ਆ ਰਹੀ ਹੈ, ਗੁਰਤਾ ਗਾਦੀ ਤੁਹੇ ਬਿਠਾਵੇ, ਭਾਈ ਤੇਰੀ ਅਵਸਥਾ ਇਤਨੀ ਉੱਚੀ ਹੈ, ਤੈਨੂੰ ਗੁਰਤਾ ਗੱਦੀ ਦੇ ਦਈਏ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਗੁਰਸਿੱਖਾ ਤੈਨੂੰ ਗੁਰਿਆਈ ਬਖਸ਼ ਦਈਏ, ਸਾਡਾ ਚਿੱਤ ਕਰਦਾ ਹੈ। ਪਰਮਹੰਸ ਮੇਰੋਈ ਰੂਪ, ਕਿਉਂਕਿ ਤੂੰ ਪਰਮਹੰਸ ਮੇਰਾ ਹੀ ਸਰੂਪ ਹੈ। ਇਸ ਪ੍ਰਕਾਰ ਤੇਰੀ ਅਵਸਥਾ ਜਿਹੜੀ ਹੈ ਐਸੀ ਹੈ ਕਿ ਤੂੰ ਸਾਡਾ ਹੀ ਰੂਪ ਹੈ, ਸਾਡੇ ਵਿੱਚ ਹੀ ਅਭੇਦ ਹੈ। ਪਰਮ ਅਵਸਥਾ ਸਦਾ ਅਨੂਪ, ਤੇਰੀ ਅਵਸਥਾ ਪਰਮ ਸਭ ਤੋਂ ਉੱਚੀ ਹੈ, ਉਪਮਾ ਤੋਂ ਰਹਿਤ ਤੁਹਾਡੀ ਉੱਚ ਅਵਸਥਾ ਹੈ। ਬਖਸ਼ਤ ਹੋਂ ਮੈਂ ਗੁਰ ਜਗ ਗੁਰਿਆਈ, ਜਗਤ ਦੀ ਗੁਰਤਾ ਗੱਦੀ ਗੁਰਿਆਈ ਜਿਹੜੀ ਹੈ, ਕਹਿੰਦੇ ਨੇ ਵੀ ਅਸੀਂ ਤੈਨੂੰ ਬਖਸ਼ਿਸ਼ ਕਰਨੀ ਚਾਹੁੰਦੇ ਹਾਂ। ਇਸ ਤਰੀਕੇ ਦੇ ਨਾਲ ਵਚਨ ਕੀਤਾ ਹੈ, ਕਰਹੁ ਉਧਾਰ ਲੋਕ ਸਮੁਦਾਈ। ਇਸ ਪ੍ਰਕਾਰ ਤੇ ਕਹਿੰਦੇ ਬਹੁਤ ਲੋਕਾਂ ਦਾ ਉਧਾਰ ਕਰੋ, ਤੁਸੀਂ ਗੁਰਿਆਈ ਗੱਦੀ ਪ੍ਰਾਪਤ ਕਰੋ। ਧੰਨ ਮੇਰਾ ਗੁਰੂ ਐਸਾ ਹੈ ਤੇ ਇਹ ਸਿੱਖ ਵੀ ਐਸਾ ਹੈ। ਸਿੱਖ ਦੀ ਅਵਸਥਾ ਇਤਨੀ ਉੱਚੀ ਹੈ ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਭਾਈ ਸਾਡਾ ਮਨ ਹੈ ਕਿ ਤੈਨੂੰ ਗੁਰਤਾ ਗੱਦੀ ਦਈਏ। ਹੁਣ ਸਿੱਖ ਜੋ ਬੇਨਤੀ ਕਰਦਾ ਉਹ ਸਰਵਣ ਕਰਦੇ ਹਾਂ। ਭਗਤ ਜਗਤ ਮਹਿ ਅਦਕ ਵਿਸਥਾਰ ਹੋ, ਤੁਸੀਂ ਗੁਰਤਾ ਗੱਦੀ ਪ੍ਰਾਪਤ ਕਰੋ, ਬਹੁਤ ਸਾਰੀ ਭਗਤੀ ਸੰਸਾਰ ਦੇ ਵਿੱਚ ਪ੍ਰਗਟ ਕਰੋ ਤੁਸੀਂ। ਪਰ ਉਪਕਾਰ ਕਾਰ ਕੋ ਸਾਰ ਹੋ, ਤੋ ਇਹ ਜਿਹੜਾ ਬੜਾ ਭਾਰੀ ਪਰ ਉਪਕਾਰ ਦਾ ਕਾਰਜ ਹੈ, ਇਹ ਤੁਸੀਂ ਪੂਰਾ ਕਰੋ। ਗੁਰਿਆਈ ਗੱਦੀ ਲੈ ਲਓ ਤੁਸੀਂ। ਕਰ ਜੋਰੇ ਪਾਰੋ ਪਗ ਪਰਿਓ, ਭਾਈ ਹੁਣ ਜਿਹੜਾ ਗੁਰੂ ਦਾ ਹੀ ਰੂਪ ਹੈ ਉਹਨੂੰ ਪਤਾ ਹੈ
ਕਿ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਿਉਂ ਕਹਿੰਦੇ ਹਨ ਤੇ ਗੁਰੂ ਸਾਹਿਬ ਦਾ ਵਿਧਾਨ ਕੀ ਹੈ। ਹੱਥ ਜੋੜ ਕਰਕੇ ਭਾਈ ਪਾਰੋ ਜੀ ਨੇ ਬੇਨਤੀ ਕੀਤੀ ਗੁਰੂ ਅਮਰਦਾਸ ਮਹਾਰਾਜ ਨੂੰ, ਤਰਾਹੇ ਤਰਾਹੇ ਕਰ ਬਚਨ ਉਚਰਿਓ, ਰੱਖਿਆ ਕਰੋ ਮਹਾਰਾਜ, ਬਖਸ਼ਿਸ਼ ਕਰੋ ਜੀ, ਇਉਂ ਬੇਨਤੀ ਕੀਤੀ ਹੈ। ਪ੍ਰਭ ਜੀ ਗੁਰ ਸਿੱਖੀ ਮੁਝ ਭਾਵੈ, ਤੇ ਬੇਨਤੀ ਕੀਤੀ ਮਹਾਰਾਜ ਮੈਂ ਗੁਰੂ ਨਹੀਂ ਬਣਨਾ, ਮੈਨੂੰ ਗੁਰਸਿੱਖੀ ਚੰਗੀ ਲੱਗਦੀ। ਸਾਧ ਸੰਗਤ, ਇਤਨੀ ਭਾਰੀ ਉੱਚ ਅਵਸਥਾ ਗੁਰਸਿੱਖੀ ਦੀ ਹੈ। ਇੱਕ ਵਾਰ ਬਾਬਾ ਕਰਤਾਰ ਸਿੰਘ ਖਾਲਸਾ ਜੀ ਮਹਾਂਪੁਰਖਾਂ ਦੇ ਚਰਨਾਂ ਵਿੱਚ ਜਦੋਂ ਵਿਦਿਆ ਮਹਾਂਪੁਰਖ ਪੜ੍ਹਾਉਂਦੇ ਸਨ, ਇੱਕ ਸਮਾਂ ਆਇਆ ਤੇ ਬਚਨ ਹੋਇਆ। ਇੱਕ ਪਰਿਵਾਰ ਸੀ, ਛੋਟਾ ਬੱਚਾ ਸੀ, ਤੇ ਮਹਾਂਪੁਰਖਾਂ ਨੂੰ ਅਰਜ਼ ਕੀਤੀ ਕਿ ਮਹਾਂਪੁਰਖੋ ਜੀ ਕਿਰਪਾ ਕਰੋ ਭਈ ਆ ਬੱਚੇ ਨੂੰ, ਸੋ ਮਹਾਰਾਜ ਆ ਬਚਨ ਕਰੋ ਵੀ ਇਹ ਬੱਚੇ ਨੂੰ ਗੁਰਸਿੱਖੀ ਦਾਨ ਮਿਲੇ, ਗੁਰਸਿੱਖ ਬਣ ਜਾਏ। ਸਾਡੇ ਭਗਤ ਜਸਵੰਤ ਸਿੰਘ ਦੀ ਨਾਲ ਸਨ, ਸਾਡੇ ਕੋਲ ਸਨ। ਮਹਾਂਪੁਰਖ ਕਹਿਣ ਲੱਗੇ ਭਗਤ ਜੀ ਕਹਿੰਦੇ ਅਰਦਾਸ ਕਰੋ ਇਸ ਭੁਜੰਗੀ ਨੂੰ ਮਹਾਰਾਜ ਗੁਰਸਿੱਖੀ ਬਖਸ਼ੇ। ਭਗਤ ਜੀ ਹੁਣੀ ਕਿਉਂਕਿ ਉਹ ਭਗਤੀ ਭਾਵ ਵਾਲੇ ਨੇ, ਉਹਨਾਂ ਨੇ ਕੁਛ ਆਪਣੇ ਵਿਚਾਰ ਪ੍ਰਗਟ ਕੀਤੇ ਕਿ ਬੱਚੇ ਦਾ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਨਿਤਨੇਮੀ ਨਹੀਂ, ਇਹਦੀ ਅਰਦਾਸ ਕਿਵੇਂ ਕਰ ਦਈਏ, ਇਉਂ ਉਹਨਾਂ ਨੇ ਜਵਾਬ ਦਿੱਤਾ। ਉਸ ਵੇਲੇ ਮਹਾਂਪੁਰਖਾਂ ਨੇ ਬਚਨ ਕੀਤਾ ਸਾਡੇ ਸਾਰਿਆਂ ਨੂੰ ਸੰਬੋਧਨ ਕਰਕੇ, ਕਹਿੰਦੇ ਗੁਰਸਿੱਖੋ, ਸਤਿਗੁਰਾਂ ਦੇ ਚਰਨਾਂ ਵਿੱਚ ਸਭ ਤੋਂ ਵੱਡੀ ਦਾਤ ਹੈ ਗੁਰਸਿੱਖੀ ਦੀ ਪ੍ਰਾਪਤੀ, ਜੋ ਮਹਾਰਾਜ ਤੋਂ ਗੁਰਸਿੱਖੀ ਦੀ ਦਾਤ ਲੈਣੀ। ਹੁਣ ਭਾਈ ਪਾਰੋ ਕਹਿੰਦਾ ਹੈ ਕਿ ਮਹਾਰਾਜ ਮੈਨੂੰ ਗੁਰਿਆਈ ਨਹੀਂ ਚਾਹੀਦੀ, ਮੋਕੋ ਗੁਰਸਿੱਖੀ ਮਨ ਭਾਵੈ, ਮੈਨੂੰ ਸਿੱਖੀ ਚੰਗੀ ਲੱਗਦੀ। ਤੇ ਸਿੱਖੀ ਦੇ ਕਾਰਨਾਮੇ ਭਾਈ ਮਤੀ ਦਾਸ ਹੋਣਾਵਾਲ, ਸ਼ਹੀਦ ਬਾਬਾ ਦੀਪ ਸਿੰਘ, ਹੁਣ ਭਾਈ ਮਨੀ ਸਿੰਘ ਹੋਣਾ, ਧਿਆਨ ਕਰ ਲਓ, ਇਹ ਗੁਰਸਿੱਖੀ ਦੀ ਅਵਸਥਾ ਹੈ। ਭਾਈ ਪਾਰੋ ਦੀ ਅਵਸਥਾ ਕਿਤਨੀ ਹੈ? ਤੇ ਬੇਨਤੀ ਕੀਤੀ, ਨਹੀਂ ਮਹਾਰਾਜ ਮੈਨੂੰ ਗੁਰਸਿੱਖੀ ਚੰਗੀ ਲੱਗਦੀ ਹੈ। ਗੁਰਿਆਈ ਸਤਿਗੁਰ ਹੈ ਸੁਹਾਵੈ, ਇਹ ਜਿਹੜੀ ਗੁਰਿਆਈ ਗੁਰਤਾ ਕਰਦੀ ਹੈ ਇਹ ਗੁਰੂਆਂ ਨੂੰ ਸ਼ੋਭਦੀ ਹੈ, ਕਿਉਂਕਿ ਪਤਾ ਹੈ ਅੰਤਰਜਾਮਤਾ ਹੈ, ਪਤਾ ਹੈ ਕਿ ਧੁਰੋਂ ਸੋ ਗੁਰਤਾ ਪਦਵੀ ਅਗਲੀ, ਜਿਹੜਾ ਸਰੂਪ ਗੁਰਿਆਈ ਗੱਦੀ ਦਾ ਮਾਲਕ ਆਇਆ ਧੁਰੋਂ, ਗੁਰਤਾ ਗੱਦੀ ਕਹਿੰਦੇ ਉਹਨਾਂ ਦਾ ਹੀ ਹੱਕ ਹੈ। ਮੈਨੂੰ ਤਾਂ ਗੁਰਸਿੱਖੀ ਚੰਗੀ ਹੈ। ਮੁਝ ਪਰ ਕਿਰਪਾ ਦ੍ਰਿਸ਼ਟ ਕਹੋ ਧਰੀਐ, ਮਹਾਰਾਜ ਮੇਰੇ ਤੇ ਤੁਸੀਂ ਮਿਹਰ ਦੀ ਨਿਗਾਹ ਪਾਈ ਰੱਖੋ, ਬਸ ਮੈਨੂੰ ਗੁਰਸਿੱਖੀ ਠੀਕ ਹੈ। ਗੁਰਸਿੱਖੀ ਪਦ ਬਖਸ਼ਣ ਕਰੀਐ, ਮਹਾਰਾਜ ਕਿਰਪਾ ਕਰੋ ਮੈਨੂੰ ਗੁਰਸਿੱਖੀ ਦੀ ਪਦਵੀ ਬਖਸ਼ ਦਿਓ। ਦੇਖੋ ਗੁਰਸਿੱਖ ਦਾ ਫੈਸਲਾ ਕਿ ਗੁਰਿਆਈ ਗੱਦੀ ਨਹੀਂ ਚਾਹੀਦੀ, ਮੈਨੂੰ ਮਹਾਰਾਜ ਗੁਰਸਿੱਖੀ ਦੀ ਪਦਵੀ ਚਾਹੀਦੀ ਹੈ। ਕਹਿ ਇਮ ਗਹੇ ਹਾਥ ਗੁਰ ਚਰਨਾ, ਤੇ ਇਉਂ ਬੇਨਤੀ ਕਰਕੇ ਤੇ ਗੁਰੂ ਦੇ ਚਰਨ ਪਕੜ ਲਏ, ਨਮਸਕਾਰ ਕੀਤੀ ਹਜੂਰ ਦੇ ਚਰਨਾਂ ਤੇ। ਬਖਸ਼ੋ ਆਗਿਆ ਮੋਰਨ ਕਰਨਾ, ਹੇ ਮਹਾਰਾਜ ਮੇਰੀ ਭੁੱਲ ਬਖਸ਼ ਦਿਓ। ਦੇਖੋ ਮੇਰੇ ਸਾਧੂ ਦੀ ਬਰਕਤ। ਹੁਣ ਭੁੱਲ ਕੀ ਹੈ? ਤਾਂ ਬੇਨਤੀ ਕਰਦੇ ਹਨ ਮਹਾਰਾਜ ਤੁਹਾਡੀ ਆਗਿਆ ਮੋੜੀ ਆ ਮੈਂ, ਤੁਸੀਂ ਹੁਕਮ ਕੀਤਾ ਕਿ ਗੁਰਿਆਈ ਗੱਦੀ ਲੈ ਲਾ, ਤੁਹਾਡਾ ਹੁਕਮ ਮੋੜਿਆ, ਮੈਨੂੰ ਮਾਫ ਕਰ ਦਿਓ। ਸੁਨਤ ਬਿਨੈ ਗੁਰ ਅਮਰ ਬਖਾਨਾ, ਜਦੋਂ ਬੇਨਤੀ ਸੁਣੀ ਆ ਗੁਰਸਿੱਖ ਦੀ, ਸਾਹਿਬ ਗੁਰੂ ਅਮਰਦਾਸ ਮਾਨ ਨੇ ਫਿਰ ਬਚਨ ਕੀਤਾ, ਜੇਕਰ ਸਿੱਖੀ ਮਹਿ ਮਨ ਮਨ, ਜੇ ਫਿਰ ਤੇਰਾ ਮਨ ਗੁਰਸਿੱਖੀ ਦੇ ਵਿੱਚ ਹੀ ਮੰਨ ਗਿਆ ਹੈ ਤਾਂ ਸਦਨ ਆਪਣੇ ਅਬ ਚੱਲ ਜਾਵਹੋ, ਫਿਰ ਚੰਗਾ ਠੀਕ ਹੈ। ਜੇ ਤੈਨੂੰ ਗੁਰਸਿੱਖੀ ਚਾਹੀਦੀ ਆ ਨਾ, ਫਿਰ ਆਪਣੇ ਘਰ ਚਲਾ ਜਾ। ਤਨ ਤਿਆਗੋ ਨਹਿ ਬਿਲਮ ਲਗਾਵਹੋ, ਫਿਰ ਦੇਰ ਨਾ ਲਾਓ, ਆ ਸਰੀਰ ਦਾ ਚੋਲਾ ਤਿਆਗ ਦਿਓ। ਮਹਾਰਾਜ ਗੁਰਸਿੱਖੀ ਦੇ ਰਹੇ ਨੇ। ਦੇਖੋ ਗੁਰਸਿੱਖੀ ਦੀ ਪਦਵੀ ਆਸ਼ਚਰਜ ਹੈ। ਕਹਿੰਦੇ ਫਿਰ ਜੇ ਗੁਰਸਿੱਖੀ ਚਾਹੀਦੀ ਹੈ ਨਾ, ਫਿਰ ਇੰਜ ਘਰ ਜਾ ਕਰਕੇ ਦੇਰ ਨਾ ਲਾ, ਇਹ ਸਰੀਰ ਦਾ ਇਹ ਚੋਲਾ ਤਿਆਗ ਦੇ। ਮਮ ਚਰਨਨ ਮਹਿ ਤੇਰੀ ਪ੍ਰੀਤ, ਕਿਉਂਕਿ ਤੇਰੀ ਪ੍ਰੀਤ ਸਾਡੇ ਚਰਨਾਂ ਵਿੱਚ ਹੈ, ਤੂੰ ਹਰ ਵੇਲੇ ਜੁੜਿਆ ਹੋਇਆ ਸਾਡੇ ਨਾਲ। ਮੋਹ ਮਹਿ ਮਿਲਿਓ ਆਨ ਸਿੱਖ ਮੀਤ, ਇਹ ਪਿਆਰੇ ਮੇਰੇ ਗੁਰਸਿੱਖ ਮਿੱਤਰ, ਤੂੰ ਸਰੀਰ ਦਾ ਤਿਆਗ ਕਰਕੇ ਸਾਡੇ ਵਿੱਚ ਅਭੇਦ ਹੋ ਜਾ। ਗੁਰਸਿੱਖ ਦੀ ਪਦਵੀ ਹੈ। ਕਹਿੰਦੇ ਪਿਆਰਿਆ ਜੇ ਗੁਰਸਿੱਖੀ ਚਾਹੀਦੀ, ਫਿਰ ਗੁਰਸਿੱਖੀ ਦੀ ਇਹ ਪਦਵੀ ਹੈ, ਸਰੀਰ ਤਿਆਗ ਦੇ ਤੇ ਸਾਡੇ ਵਿੱਚ ਹੀ ਲੀਨ ਹੋ ਜਾ। ਇਉਂ ਬਚਨ ਕੀਤਾ, ਤੋਹੇ ਸਹਿਤ ਮੈਂ ਅਪਰ ਸਰੀਰ, ਦੇਖ ਤੇਰੇ ਸਮੇਤ ਫਿਰ ਅਸੀਂ ਵੀ ਪਰਵੇਸ਼ੋਂ ਸਿੱਖਣ ਕੇ ਹਿਤ ਧੀਰ, ਧੀਰਜ ਧਾਰ ਕਰਕੇ ਸਿੱਖਾਂ ਦੇ ਹਿੱਤ ਨੂੰ ਲੈ ਕੇ ਅਸੀਂ ਹੋਰ ਸਰੀਰ 'ਚ ਪ੍ਰਵੇਸ਼ ਕਰਾਂਗੇ।
ਤੁਹਾਡੀ ਰੂਹ ਸਾਡੇ 'ਚ ਭੇਦ ਹੋਏਗੀ। ਅਸੀਂ ਆਪਣੀ ਰੂਹ ਅਗਲੇ ਸਰੂਪ ਵਿੱਚ ਟਿਕਾ ਦੇਣੀ ਆ, ਜਿਹਦੇ ਨਾਲ ਦੁਨੀਆ ਦਾ ਭਲਾ ਕਰਨਾ ਹੈ। ਕਰਨੇ ਕਾਜ ਅਨਕ ਜਗ ਮਾਹੀ, ਕਿਉਂਕਿ ਜਗਤ ਵਿੱਚ ਅਨੇਕ ਪ੍ਰਕਾਰ ਦੇ ਕਾਰਜ ਕਰਨੇ ਹਨ। ਸੰਤ ਉਦਾਹਰਨ ਖਲਨ ਖਪਾਹੀ, ਕਿਉਂਕਿ ਸੰਤਾਂ ਦਾ ਉਧਾਰ ਕਰਨਾ ਹੈ। ਖਲਨ ਜੋ ਮੂਰਖ ਹਨ ਉਹਨਾਂ ਦਾ ਵਿਨਾਸ਼ ਕਰਨਾ ਹੈ। ਸੁਨ ਆਗਿਆ ਪਾਰੋ ਕਰ ਬੰਦੇ, ਤੋ ਉਸੇ ਵੇਲੇ ਗੁਰੂ ਦਾ ਹੁਕਮ ਸੁਣਿਆ। ਭਾਈ ਪਾਰੋ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰਾਂ ਨੂੰ। ਕਰ ਬੰਧਨ ਕੋ ਹਿਰਦੇ ਆਨੰਦੇ, ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਪ੍ਰਸੰਨ ਹੋਇਆ। ਦੇਖੋ ਆਮ ਕੋਈ ਪ੍ਰਾਣੀ ਹੈ ਤੇ ਉਸ ਨੂੰ ਮੌਤ ਦਾ ਡਰ ਲੱਗਦਾ ਹੈ। ਆਮ ਸਧਾਰਨ ਹੀ ਦੇਖੋ। ਸੋ ਜੇ ਕਿਸੇ ਨੂੰ ਇੰਨੀ ਗੱਲ ਕਹੇ ਤੂੰ ਮਰ ਜਾਏ, ਕਿੰਨਾ ਬੁਰਾ ਮੰਨਦਾ, ਭਾਵੇਂ ਬੱਚਾ ਤੇ ਭਾਵੇਂ ਸਿਆ, ਕਹਿੰਦੇ ਤੂੰ ਮਰੇ ਮੈਂ ਕਿਉਂ ਮਰਾਂ। ਤੇ ਗੁਰਸਿੱਖ ਨੂੰ ਗੁਰੂ ਕਹਿੰਦੇ ਨੇ ਵੀ ਜਾ ਮਰ ਜਾ, ਉਹ ਖੁਸ਼ ਹੋ ਰਿਹਾ ਹੈ। ਇਹ ਹੈ ਗੁਰਸਿੱਖੀ ਦੀ ਅਵਸਥਾ, ਇਹ ਹੈ ਪਰਮਾਨੰਦ ਦੀ ਪ੍ਰਾਪਤੀ। ਗਮਨਿਓ ਗ੍ਰਹਿ ਪਹੁੰਚਿਓ ਤਤਕਾਲਾ, ਝਟ ਗਿਆ ਆਪਣੇ ਘਰ ਵਿੱਚ ਪਹੁੰਚ ਗਿਆ। ਅਧਿਕਾਰੀ ਜੇ ਪਿਖੇ ਵਿਸਾਲਾ, ਜਿਹੜੇ ਦੇਖੇ ਗੁਰਸਿੱਖ ਅਧਿਕਾਰੀ ਸਨ ਜੈਸੀ ਜੈਸੀ ਵਸਤੂ ਦੇ। ਸਰਬ ਸਮਾਜ ਬਾਟ ਤਿਨ ਦੀਨਸ, ਜੋ ਸਾਜੋ ਸਮਾਜ ਸੀ ਨਾ ਕੋਲ, ਧਨ ਦੌਲਤ ਸਮੱਗਰੀ, ਉਹ ਵੰਡਣੀ ਸ਼ੁਰੂ ਕਰ ਦਿੱਤੀ। ਜਿਹੜਾ ਗੁਰਸਿੱਖ ਲੋੜਵੰਦ ਦੇਖਿਆ ਉਸ ਨੂੰ ਦੇ ਦਿੱਤੀ ਹੈ। ਬੜਵਾ ਬਸਤਰ ਦਰਬ ਰੱਖ ਲੀਨਸ, ਤਿੰਨ ਚੀਜ਼ਾਂ ਰੱਖ ਲਈਆਂ ਨੇ। ਇੱਕ ਭਾਈ ਪਾਰੋ ਸਾਹਿਬ ਜੀ ਦੀ ਘੋੜੀ ਸੀ, ਬਹੁਤ ਸੁੰਦਰ, ਬਹੁਤ ਨਸਲ ਦੀ, ਬਹੁਤ ਬਲੀ ਸੀ, ਜਿਹਦੇ ਤੇ ਰੋਜ਼ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਕਰਦਾ। ਮਹਾਂਪੁਰਖ ਦੱਸਿਆ ਕਰਦੇ ਸਨ ਕਿ ਘੋੜੀ ਸਮੇਤ ਬਿਆਸਾ ਦਰਿਆ ਨੂੰ ਪਾਰ ਕਰਦਾ ਸੀ, ਔਰ ਬਿਆਸਾ ਦਰਿਆ ਉਸ ਨੂੰ ਰਸਤਾ ਦੇ ਦਿੰਦਾ। ਜਦੋਂ ਘੋੜੀ ਤੇ ਚੜ੍ਹ ਕੇ ਆਉਂਦਾ ਸੀ, ਦਰਿਆ ਰਸਤਾ ਦਿੰਦਾ ਸੀ, ਉਹਦੇ ਵਿੱਚ ਦੀ ਲੰਘ ਕੇ ਆਏ। ਕਦੇ ਕਿਸੇ ਨੂੰ ਡਿੱਕਿਆ ਨਹੀਂ ਸੀ ਤੇ ਨਾ ਕਦੇ ਇਹਨਾਂ ਨੂੰ ਕੋਈ ਦਿੱਕਤ ਆਈ ਸੀ। ਇਸ ਤਰੀਕੇ ਦੇ ਨਾਲ ਸੋ ਉਹ ਜਿਹੜੀ ਘੋੜੀ ਸੀ ਤੇ ਸੁੰਦਰ ਗੁਰੂ ਸਾਹਿਬ ਵਾਸਤੇ ਬਸਤਰ ਰੱਖੇ ਹੋਏ ਸਨ ਤੇ ਕੁਛ ਧਨ ਰੱਖਿਆ ਹੋਇਆ ਸੀ ਮਹਾਰਾਜ ਵਾਸਤੇ। ਉਹ ਤਿੰਨ ਚੀਜ਼ਾਂ ਰੱਖ ਕੇ ਬਾਕੀ ਸਾਰਾ ਕੁਛ ਅਧਿਕਾਰੀਆਂ ਨੂੰ ਵੰਡ ਦਿੱਤਾ ਹੈ। ਨਰ ਬ੍ਰਿੰਦਨ ਕੋ ਕਹਿਓ ਸੁਨਾਈ, ਤੇ ਬਹੁਤ ਸਾਰੇ ਸੋ ਲੋਕਾਂ ਨੂੰ ਕਹਿ ਕੇ ਸੁਣਾਇਆ ਹੈ ਗੁਰਸਿੱਖ ਨੇ। ਇਹ ਗੁਰ ਵਸਤ ਦੇਹੋ ਪਹੁੰਚਾਈ, ਭਾਈ ਆਹ ਤਿੰਨ ਵਸਤੂਆਂ ਮੇਰੀਆਂ, ਇਹ ਗੁਰੂ ਤੱਕ ਪਹੁੰਚਾ ਦਿਓ। ਇਉਂ ਜਿਹੜੀ ਹੈ ਗੁਰਸਿੱਖਾਂ ਨੂੰ ਇਸਨੇ ਬੇਨਤੀ ਕੀਤੀ ਹੈ। ਭਾਈ ਪਾਰੋ ਜੀ ਨੇ, ਇਹਦਾ ਡੱਲਾ ਪਿੰਡ ਸੀ, ਬਿਆਸਾ ਤੋਂ ਪਾਰ ਦੇ ਪਾਸੇ ਹੈ। ਇਮ ਸਭ ਹੇਰਤ ਤਨ ਜਨ ਪਾਰੋ, ਤੋ ਇਸ ਪ੍ਰਕਾਰ ਸੋ ਦੇਖਦਿਆਂ ਹੀ ਸਾਰਿਆਂ ਦੇ ਭਾਈ ਪਾਰੋ ਜੀ ਨੇ ਤਨ ਤਾਜ ਪਾਠ ਹੋਊਗਾ, ਫਿਰ ਸਰੀਰ ਤਿਆਗ ਦਿੱਤਾ ਹੈ। ਫੂਲ ਮਾਲ ਗਲ ਗਜ ਤਜੇ ਸੁਖਾਰੋ, ਤੇ ਸਰੀਰ ਕਿੱਦਾਂ ਛੱਡਿਆ? ਹਾਥੀ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾ ਦਿਓ। ਜਿਸ ਤਰ੍ਹਾਂ ਗਲ ਵਿੱਚੋਂ ਫੁੱਲਾਂ ਦੀ ਮਾਲਾ ਲਾਉਂਦੇ ਸਮੇਂ ਹਾਥੀ ਨੂੰ ਕੋਈ ਜ਼ਿਆਦਾ ਯਤਨ ਨਹੀਂ ਕਰਨਾ ਪਿਆ, ਇਵੇਂ ਭਾਈ ਪਾਰੋ ਜੀ ਨੂੰ ਸਰੀਰ ਛੱਡਣ ਲੱਗਿਆ ਕੋਈ ਕਸ਼ਟ ਨਹੀਂ ਹੋਇਆ, ਕੋਈ ਵਿਘਨ ਨਹੀਂ ਹੋਇਆ ਹੈ। ਸਭਨ ਕਰਿਓ ਸੰਸਕਾਰ ਬਨਾਏ, ਸਭ ਸੰਗਤਾਂ ਪ੍ਰੇਮ ਸਹਿਤ, ਕਿਉਂਕਿ ਭਾਈ ਪਾਰੋ ਜੀ ਪਰਮਹੰਸ ਨੇ, ਔਰ ਇਹਨਾਂ ਦੇ ਸੰਗੀ ਸਾਥੀ ਜਿਹੜੇ 72 ਬ੍ਰਹਮ ਗਿਆਨੀ ਇਸੇ ਨਗਰੀ ਦੇ ਹੋਏ ਨੇ ਉਸ ਟਾਈਮ ਦੇ ਉੱਤੇ। 72 ਬ੍ਰਹਮ ਗਿਆਨੀ ਇੱਕੋ ਹੀ ਪਿੰਡ ਵਿੱਚ ਭਾਈ ਡੱਲੇ ਦੇ। ਤੇ ਫਿਰ ਇਸੇ ਭਾਈ ਡੱਲੇ ਜੀ ਦੀ ਅੰਸ਼ ਸੀ ਜੋ 6ਵੇਂ ਪਾਤਸ਼ਾਹ ਮਹਾਰਾਜ ਦੇ ਸੋ ਆਪਣੇ ਮਹਿਲ ਬਣੇ ਸਨ, ਇਹਨਾਂ ਦੀ ਹੀ ਪੋਤਰੀ ਸੀ ਮਾਤਾ ਦਮੋਦਰੀ ਜੀ, ਨਾਰਾਇਣ ਦਾਸ ਦੀ ਸੁਪੁੱਤਰੀ, ਇਸੇ ਨਗਰ ਤੋਂ, ਇਸੇ ਭਾਈ ਪਾਰੋ ਜੀ ਦੀ ਅੰਸ਼ ਵਿੱਚ। ਤੋਂ ਮੇਰੇ ਧੰਨ ਸਤਿਗੁਰੂ ਉਹਨਾਂ ਗੁਰਸਿੱਖਾਂ ਨੇ ਫਿਰ ਅਦਬ ਸਤਕਾਰ ਮਰਜ਼ਾਦਾ ਅਨੁਸਾਰ ਸਰੀਰ ਦਾ ਸੰਸਕਾਰ ਕੀਤਾ ਹੈ। ਸਭਨ ਕਰਿਓ ਸੰਸਕਾਰ ਬਨਾਏ, ਬੜਾ ਕਰਕੇ ਪ੍ਰੇਮ ਸਹਿਤ ਸੰਸਕਾਰ ਕੀਤਾ ਹੈ ਜੀ। ਜਥਾ ਜੋਗ ਚਾਹੀਏ ਹੈ ਜਿਸ ਭਾਏ, ਜਿਸ ਤਰੀਕੇ ਦੇ ਨਾਲ ਗੁਰਸਿੱਖੀ ਦੀ ਮਰਜ਼ਾਦਾ ਅਨੁਸਾਰ ਗੁਰੂ ਪਾਤਸ਼ਾਹ ਨੇ ਬਖਸ਼ਿਸ਼, ਉਸੇ ਮਰਜ਼ਾਦਾ ਅਨੁਸਾਰ ਹੀ ਸੰਸਕਾਰ ਕੀਤਾ ਹੈ। ਸ੍ਰੀ ਗੁਰ ਵਿਖੇ ਆਨ ਲੈ ਹੋਵਾ, ਤਾਂ ਸਰੀਰ ਦਾ ਤਿਆਗ ਕੀਤਾ ਤੇ ਜਿਹੜੀ ਰੂਹ ਸੀ ਗੁਰੂ ਸਾਹਿਬ ਦੇ ਚ ਅਭੇਦ ਹੋ ਗਈ। ਕਿਉਂਕਿ ਜਿਤਨੇ ਅਸੀਂ ਸੰਸਾਰ ਵਿੱਚ 84 ਲੱਖ ਜੀਵ ਰਚੇ ਗਏ हैं, ਜਿਤਨੇ ਵੀ ਸਰੀਰ ਨੇ ਸਾਰੇ ਹੀ ਪਰਮੇਸ਼ਵਰ ਦੀ ਅੰਸ਼ ਹੈ, ਜੋਤ ਹੈ। ਕਹੋ ਕਿ ਮੇਰੋ ਰਾਮ ਕੀ ਅੰਸ਼। ਤੇ ਜਿਸ ਵੇਲੇ ਸੋ ਇਹ ਰੂਹਾਂ ਪਵਿੱਤਰ ਹੋ ਜਾਂਦੀਆਂ ਨੇ, ਫਿਰ ਜਾ ਕੇ ਸਾਰੀਆਂ ਉਸ ਵਾਹਿਗੁਰੂ ਬ੍ਰਹਮ ਦੇ ਵਿੱਚ ਹੀ ਲੀਨ ਹੁੰਦੀਆਂ ਨੇ ਜਿੱਥੋਂ ਅਸੀਂ ਅਲੱਗ ਹੋਏ ਹਾਂ। ਇਸ ਵਾਸਤੇ ਭਾਈ ਪਾਰੋ ਜੀ ਸ਼ੁੱਧ ਆਤਮ ਸਨ, ਗੁਰੂ ਪਰਮੇਸ਼ਵਰ ਦਾ ਰੂਪ ਨੇ, ਬ੍ਰਹਮ ਰੂਪ ਹਨ, ਉਹਦੇ ਵਿੱਚ ਅਭੇਦ ਹੋਏ ਹਨ। ਜਿਨ ਅਗਿਆਨ ਭਰਮ ਕੋ ਖੋਵਾ, ਜਿਸ ਨੇ ਭਰਮ ਤੇ ਅਗਿਆਨ ਨੂੰ ਦੂਰ ਕੀਤਾ ਹੋਇਆ ਹੈ। ਉਨ ਡੱਲੇ ਤੇ ਇੱਕ ਨਰ ਆਇਬ, ਫਿਰ ਇਸ ਤਰੀਕੇ ਤੇ ਨਾਲ ਡੱਲੇ ਤੋਂ ਕਹਿੰਦੇ ਇੱਕ ਪ੍ਰਾਣੀ ਆਇਆ ਹੈ। ਪਾਰੋ ਕੋ ਪਰਲੋਕ ਸੁਨਾਇਬ, ਆਣ ਕੇ ਗੁਰੂ ਸਾਹਿਬ ਨੂੰ
ਸੋ ਦੱਸਿਆ ਭਾਈ ਪਾਰੋ ਜੀ ਮਹਾਰਾਜ ਸੱਚਖੰਡ ਗਮਨ ਕਰ ਗਏ ਹਨ। ਸਭ ਸਿੱਖਨ ਕੋ ਮੋਹ ਮਹਾਨਾ। ਭਾਈ ਸਾਰੇ ਗੁਰਸਿੱਖਾਂ ਨੂੰ ਬੜਾ ਪ੍ਰੇਮ ਸੀ। ਸੋ ਕਿਉਂਕਿ ਐਸਾ ਤਤ ਮੇਤਾ ਸੋ ਗੁਰੂ ਸਾਹਿਬ ਦਾ ਉੱਤਮ ਜੀਵਨ ਵਾਲਾ ਗੁਰਸਿੱਖ ਸੀ। ਤੇ ਮੋਹ ਇਸ ਤਰ੍ਹਾਂ ਪ੍ਰੇਮ ਸੀ ਕਿਉਂਕਿ ਜਿਸ ਵੀ ਗੁਰਸਿੱਖ ਨੂੰ ਸੋ ਆਤਮ ਅਰੂੜ ਅਵਸਥਾ ਦੇ ਵਿੱਚ ਕੋਈ ਵੀ ਵਿਘਨ ਲੱਗਦਾ ਤੇ ਬਜਾਏ ਗੁਰੂ ਸਾਹਿਬ ਦੇ ਗੁਰਸਿੱਖ ਇਹਨਾਂ ਦੇ ਨਾਲ ਹੀ ਵਿਚਾਰ ਕਰ ਲਿਆ ਕਰਦੇ ਸਨ ਕਿ ਮੈਂ ਸਿਮਰਨ ਕਰਦਾ, ਆਹ ਵਿਘਨ ਆਉਂਦਾ ਹੈ, ਹੁਣ ਮੈਂ ਕੀ ਕਰਾਂ। ਤੇ ਭਾਈ ਪਾਰੋ ਜੀ ਉਹਨਾਂ ਗੁਰਸਿੱਖਾਂ ਦੇ ਤਾਈਂ ਉਹਦਾ ਹੱਲ ਦੱਸ ਦਿਆ ਕਰਦੇ। ਤੇ ਇਸ ਵਾਸਤੇ ਬ੍ਰਹਮ ਗਿਆਨੀ ਤਤ ਵੇਤਾ ਸੀ, ਗੁਰਸਿੱਖ ਸੰਗਤਾਂ ਦਾ ਪਿਆਰ ਸੀ ਭਾਈ ਗੁਰਸਿੱਖ ਦੇ ਨਾਲ। ਸਿਮਰਹਿ ਪਾਰੋ ਕੇ ਗੁਣ ਨਾਨਾ। ਤੇ ਭਾਈ ਜਦੋਂ ਇਹ ਸੁਣਿਆ ਸਾਰੀਆਂ ਸੰਗਤਾਂ ਨੇ, ਹਜੂਰੀ ਸੇਵਕਾਂ ਨੇ, ਭਾਈ ਪਾਰੋ ਜੀ ਕਹਿੰਦੇ ਨੇ ਸੱਚਖੰਡ ਗਮਨ ਕਰ ਗਏ। ਤਾਂ ਭਾਈ ਉਹਨਾਂ ਦੇ ਗੁਣਾਂ ਨੂੰ ਫਿਰ ਚੇਤੇ ਕਰਦੇ, ਪਰਉਪਕਾਰਾਂ ਨੂੰ ਚੇਤੇ ਕਰਦੇ ਹਨ। ਮਿਰਦਲ ਸਰਲਤਾ ਮੁਦਤਾ ਮੈਤਰੀ। ਇਸ ਪ੍ਰਕਾਰ ਸੋ ਸਾਰੇ ਕਹਿੰਦੇ ਨੇ ਦੇਖੋ ਪ੍ਰਸੰਨ ਚਿੱਤ ਰਹਿੰਦੇ ਸਨ, ਸੁਦਾ ਸੁਭਾਅ ਸੀ, ਬੜਾ ਮਿੱਠਾ ਸੁਭਾਅ। ਇਸ ਪ੍ਰਕਾਰ ਸਭਨਾਂ ਨਾਲ ਪ੍ਰੇਮ ਕਰਨ ਵਾਲੇ ਸਨ। ਵੱਡ ਜੋਧਾ ਮਨ ਸ਼ਤਰ ਜੈਤਰੀ। ਤੋ ਕਹਿੰਦੇ ਵੱਡਾ ਹੀ ਸੂਰਮਾ ਸੀ ਭਾਈ, ਮਨ ਦੇ ਦੁਸ਼ਮਣ ਨੂੰ ਜਿੱਤ ਲਿਆ ਸੀ। ਕਿਉਂਕਿ ਸੋ ਭਰਤਰੀ ਜੀ ਨੇ ਵਿਰਾਗ ਸ਼ਤਕ ਵਿੱਚ ਕਿਹਾ ਹੈ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਕਹਿੰਦੇ ਜਿਸ ਨੇ ਮਨ ਦੁਸ਼ਮਣ ਨੂੰ ਜਿੱਤ ਲਿਆ, ਮਨ ਜੀਤੇ ਜਗ ਜੀਤ, ਉਹਨੇ ਸਾਰਿਆਂ ਨੂੰ ਜਿੱਤ ਲਿਆ। ਤੇ ਜਿਹਦਾ ਮਨ ਰੂਪ ਦੁਸ਼ਮਣ ਜਿਉਂਦਾ, ਉਹਦੇ ਸਾਰੇ ਦੁਸ਼ਮਣ ਜਿਉਂਦੇ ਆ। ਤੋ ਕਹਿੰਦੇ ਸੂਰਮਾ ਸੀ ਭਾਈ ਪਾਰੋ ਜੀ, ਮਨ ਨੂੰ ਜਿੱਤਿਆ ਹੋਇਆ ਸੀ ਉਸਨੇ। ਤਰਵਰ ਸਮ ਸਰ ਪਰ ਉਪਕਾਰੀ। ਜਿਸ ਤਰ੍ਹਾਂ ਕਹਿੰਦੇ ਤਰਵਰ ਬ੍ਰਿਛ ਜਿਹੜਾ ਹੈ ਪਰਉਪਕਾਰੀ ਹੁੰਦਾ ਹੈ, ਇਸ ਤਰ੍ਹਾਂ ਦੇ ਪਰਉਪਕਾਰੀ ਸਨ ਭਾਈ ਸਾਹਿਬ ਜੀ। ਸਹਿਨਸ਼ੀਲ ਔਰ ਧੀਰਜ ਧਾਰੀ। ਵੱਡਾ ਭਾਰੀ ਹਿਰਦੇ ਵਿੱਚ ਧੀਰਜ ਨੂੰ ਧਾਰਨ ਵਾਲੇ, ਸਹਿਨਸ਼ੀਲਤਾ, ਹਰੇਕ ਦੀ ਗੱਲ ਨੂੰ ਸਹਾਰ ਲੈਂਦੇ ਸਨ। ਸਤਿਗੁਰ ਸਿੱਖਨ ਕੋ ਸਮਝਾਇਬ। ਮੇਰੇ ਸਤਿਗੁਰੂ ਪਾਤਸ਼ਾਹ ਨੇ ਗੁਰਸਿੱਖਾਂ ਦੇ ਤਾਈਂ ਸਮਝਾਇਆ ਹੈ। ਇਹ ਆਨੰਦ ਕੇ ਸਿੰਧ ਸਮਾਇਬ। ਭਾਈ ਇਹ ਤਾਂ ਆਨੰਦ ਦੇ ਸਮੁੰਦਰ ਵਿੱਚ ਸਮਾਏ ਆ। ਆਨੰਦ ਰੂਪ ਪਰਮੇਸ਼ਵਰ ਹੈ, ਸੋ ਪਰਮੇਸ਼ਵਰ ਰੂਪ ਸਮੁੰਦਰ ਵਿੱਚ ਲੀਨ ਹੋ ਗਏ ਹਨ ਭਾਈ ਪਾਰੋ ਜੀ। ਅਸ ਨਰ ਹੋਤ ਨਾ ਸੋਚਨ ਜੋਗ। ਮਹਾਰਾਜ ਕਹਿੰਦੇ ਨੇ ਵੀ ਜਿਹੜੇ ਇਹੋ ਜਿਹੇ ਪ੍ਰਾਣੀ ਹੁੰਦੇ ਨਾ ਗੁਰਸਿੱਖ, ਐਸੀ ਅਵਸਥਾ ਵਾਲੇ ਗੁਰਸਿੱਖੋ ਸੰਗਤਾਂ ਨੂੰ ਕਹਿੰਦੇ ਨੇ, ਉਹਨਾਂ ਵਾਸਤੇ ਕੋਈ ਸੋਚਣ ਦੀ ਲੋੜ ਨਹੀਂ ਹੈ, ਕੋਈ ਫਿਕਰ ਕਰਨ ਦੀ ਲੋੜ ਹੀ ਹੁੰਦੀ ਹੈ। ਬ੍ਰਹਮ ਗਿਆਨ ਸੋ ਜਿਨ ਕੋ ਜੋਗ। ਤੇ ਜਿਹਨਾਂ ਦਾ ਬ੍ਰਹਮ ਗਿਆਨ ਵਿੱਚ ਜੋੜ ਬਣ ਗਿਆ ਹੈ, ਜੋ ਬ੍ਰਹਮ ਗਿਆਨੀ ਹੋ ਗਏ ਹਨ। ਜਿਨਹੁ ਜਨਮ ਵਿਛਿਅਨ ਲਗ ਹਾਰਾ। ਪਰ ਜਿਹਨਾਂ ਨੇ ਵਿਛੇ ਵਿਕਾਰਾਂ ਚ ਲਾ ਕੇ ਆਪਣਾ ਜਨਮ ਹਾਰ ਦਿੱਤਾ ਹੈ ਨਾ। ਜਥਾ ਜੂਪ ਮਹਿ ਦਰਬ ਉਦਾਰਾ। ਉਹਨਾਂ ਤਾਂ ਇਉਂ ਸਮਝੋ ਜਿਸ ਤਰ੍ਹਾਂ ਜੂਏ ਦੇ ਵਿੱਚ ਕੋਈ ਧਨ ਹਰਾ ਦਿੰਦਾ ਹੈ। ਨਹਿ ਗੁਰ ਸ਼ਬਦ ਜਿਨਹੁ ਕਬ ਸੁਨਿਓ। ਜਿਹਨਾਂ ਨੇ ਕਦੇ ਗੁਰੂ ਦਾ ਉਪਦੇਸ਼ ਨਹੀਂ ਸੁਣਿਆ, ਜਿਹੜਾ ਕਦੇ ਗੁਰੂ ਦਾ ਸ਼ਬਦ ਨਹੀਂ ਸੁਣਿਆ ਹੈ। ਸਤ ਸੰਗਤ ਸਤ ਨਾਮ ਨਾ ਭਨਿਓ। ਨਾ ਗੁਰੂ ਦੀ ਸਤ ਸੰਗਤ ਕੀਤੀ, ਨਾ ਸੱਚੇ ਨਾਮ ਦਾ ਸਿਮਰਨ ਕੀਤਾ ਜਿਹਨਾਂ ਲੋਕਾਂ ਨੇ। ਸੇ ਸੋਚਨ ਕੇ ਜੋਗ ਸਭਨ ਕੇ। ਤੇ ਭਾਈ ਉਹ ਸਾਰਿਆਂ ਦੇ ਸੋਚਣ ਯੋਗ ਨੇ। ਸੰਤ ਮੂਇਆ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਵਾਪਰੇ ਜੋ ਹਾਟੇ ਹਾਟ ਵਿਕਾਏ। ਉਹਨਾਂ ਵਾਸਤੇ ਕਹਿੰਦੇ ਸੋਚਣਾ ਚਾਹੀਦਾ ਹੈ। ਜੋ ਤਤ ਪਰ ਨਹਿ ਗੁਰੂ ਜਨ ਜਜਨਨ ਕੇ। ਜਿਹੜੇ ਇਸ ਪ੍ਰਕਾਰ ਗੁਰੂ ਜਜਨ ਕੇ, ਜੋ ਗੁਰੂ ਦੀ ਪੂਜਾ ਕਰਨ ਵਾਸਤੇ ਤਿਆਰ ਨਹੀਂ ਹਨ, ਜੋ ਗੁਰੂ ਦੀ ਪੂਜਾ ਨਹੀਂ ਕਰਦੇ, ਸਤਿਕਾਰ ਅਦਬ ਨਹੀਂ ਕਰਦੇ ਹਨ, ਜੋ ਕਹਿ ਦਾਸਨ ਕੋ ਧੀਰਜ ਦੀਨ। ਇਉਂ ਧੰਨ ਸਤਿਗੁਰਾਂ ਨੇ ਸੋ ਗੁਰਸਿੱਖਾਂ ਦੇ ਤਾਈਂ ਹੌਸਲਾ ਦਿੱਤਾ ਹੈ। ਭਾਈ ਪਾਰੋ ਜੀ ਦਾ ਜੋ ਵਿਰਾਗ ਕਰਦੇ ਸਨ। ਦੀਨ ਮਨੇ ਜੋ ਪ੍ਰੇਮ ਪ੍ਰਬੀਨ। ਜੋ ਬੜੇ ਦੀਨ ਅਧੀਨਗੀ ਵਾਲੇ ਮਨ ਸਨ, ਬੜੇ ਸਿਆਣੇ ਗੁਰਸਿੱਖ ਸਨ। ਸਭਨਾਂ ਨੂੰ ਮਹਾਰਾਜ ਨੇ ਸੋ ਬਚਨ ਕੀਤਾ ਵੀ ਉਹ ਤਾਂ ਬ੍ਰਹਮ ਆਨੰਦ ਸਰੂਪ ਦੇ ਵਿੱਚ ਲੀਨ ਹੋਏ ਨੇ, ਉਹਨਾਂ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ। ਬੀਨ ਸਿੱਖ ਸਭ ਤੇ ਖਟ ਲੀਨ। ਇਸ ਪ੍ਰਕਾਰ ਸੋ ਸਾਰਿਆਂ ਦੇ ਵਿੱਚੋਂ 6 ਗੁਰਸਿੱਖਾਂ ਨੂੰ ਚੁਣ ਲਿਆ ਸਤਿਗੁਰਾਂ ਨੇ। ਗੁਰਸਿੱਖਾਂ 6 ਨੂੰ ਹੁਕਮ ਕੀਤਾ ਹੈ। ਲੀਨ ਪ੍ਰੇਮ ਮਹਿ ਜਿਨ ਮਨ ਕੀਨ। ਜਿਹਨਾਂ ਨੇ ਪ੍ਰੇਮ ਦੇ ਵਿੱਚ ਆਪਣਾ ਮਨ ਲੀਨ ਕੀਤਾ ਹੋਇਆ ਸੀ, ਖਟ 6 ਸਿੱਖ ਨੂੰ ਚੁਣਿਆ ਮਹਾਰਾਜ ਨੇ। ਨਾਮ ਮੋਹਰੀ ਛੋਟੋ ਨੰਦਨ। ਇਸ ਤਰੀਕੇ ਦੇ ਨਾਲ ਮੋਹਰੀ ਜੀ ਜੋ ਸਤਿਗੁਰੂ ਦੇ ਛੋਟੇ ਸਾਹਿਬਜ਼ਾਦੇ ਸਨ। ਨਿਕਟ ਹਟਕਾਰਿਓ ਕਸ਼ਟ ਨਿਕੰਦਨ। ਤੋ ਦੁੱਖਾਂ ਕਸ਼ਟਾਂ ਨੂੰ ਦੂਰ ਕਰਨ ਵਾਲੇ ਸਤਿਗੁਰੂ ਨੇ ਹਕਾਰਿਓ ਕੋਲ ਬੁਲਾਇਆ ਹੈ,
ਮੋਰੀ ਜੀ ਨੂੰ। ਆਨ ਕੀਨ ਤਿਨ ਪਦ ਪਰ ਬੰਧਨ, ਉਸ ਨੇ ਆ ਕੇ ਗੁਰੂ ਦੇ ਹਜ਼ੂਰ ਨਮਸਕਾਰ ਕੀਤੀ ਹੈ। ਸ੍ਰੀ ਗੁਰ ਪਿਤ ਕੋ ਚਹਿ ਅਬਨੰਦਨ, ਇਸ ਪ੍ਰਕਾਰ ਧੰਨ ਸ਼੍ਰੋਮਣੀ ਸਤਿਗੁਰੂ ਪਿਤਾ ਜੀ ਨੂੰ ਇਸ ਨੇ ਆਣ ਕੇ ਅਭਿਨੰਦਨ ਦਿਲੋਂ ਨਮਸਕਾਰ ਕੀਤੀ ਹੈ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੋ ਬਖਸ਼ਿਸ਼ ਕਰਕੇ ਜੋ ਹੁਣ ਅੱਗੇ ਕਿਰਪਾ ਕਰਦੇ ਹਨ, ਪ੍ਰਸੰਗ ਦੀ ਲੜੀ ਨੂੰ ਸਮੇਂ ਅਨੁਸਾਰ ਸਰਵਣ ਕਰਕੇ ਵਡਭਾਗੀ ਬਣਾਂਗੇ। ਧੰਨ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਬਖਸ਼ਿਸ਼ ਕਰਨ, ਸਾਡੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਦੀ ਭਾਵਨਾ ਪ੍ਰੇਮ ਜਾਗੇ, ਤਾਂ ਕਿ ਭਾਈ ਪਾਰੋ ਜੀ ਦੀ ਨਿਆਈ ਪ੍ਰਸੰਨ ਹੋ ਕਰਕੇ ਸਤਿਗੁਰੂ ਜੀ ਸਾਨੂੰ ਵੀ ਐਸੀ ਗੁਰਸਿੱਖੀ ਦੀ ਵਿਵਸਥਾ ਬਖਸ਼ਿਸ਼ ਕਰਨ, ਜਿਸ ਨੂੰ ਧਾਰਨ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪਵਿਆਪੇ ਮੇਲੇ ਦੀ ਅੰਮ੍ਰਿਤਾਂ ਦੇ ਪਾਤਰ ਬਣੀਏ। ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਨਾਮ ਮੋਹਰੀ ਛੋਟੋ ਨੰਦਨ, ਨਿਕਟ ਹਕਾਰਿਓ ਕਸ਼ਟ ਨਿਕੰਦਨ, ਆਨ ਕੀਨ ਤਿਨ ਪਦ ਪਰ ਬੰਧਨ, ਸ੍ਰੀ ਗੁਰ ਪਿਤ ਕੋ ਚਹਿ ਅਬਨੰਦਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।